ਸੋ ਆਹ ਪੋਡਕਾਸਟ ਆਪਣਾ ਹੈਗਾ ਹੇਟ ਕ੍ਰਾਈਮ ਜੋ ਵੀ ਆਪਣੇ ਪੰਜਾਬੀ ਸਟੂਡੈਂਟਸ ਦੇ ਨਾਲ ਹੋਇਆ ਹੁਣ ਤੱਕ, ਅਤੇ ਉਹਦੇ 'ਤੇ ਆ। ਅਤੇ ਇੱਕ ਆ ਸਭ ਤੋਂ ਕਰਨ ਦੀ ਸਾਨੂੰ ਲੋੜ ਤਾਂ ਪਈ ਕਿਉਂਕਿ ਇਹਦਾ ਇੱਕ ਰੀਸੈਂਟ ਜਿਹੜਾ ਆਪਾਂ ਕੇਸ ਸਭ ਤੋਂ ਪਹਿਲਾਂ ਡਿਸਕਸ ਕਰਨਾ, ਉਹਦਾ ਕੋਰਟ ਦਾ ਆਊਟਕਮ ਜੋ ਵੀ ਆ, ਸਜ਼ਾ ਜਿਹੜੀ ਸੁਣਾਈ ਗਈ ਆ ਕਨਵਿਕਟ ਨੂੰ, ਉਹ ਹੁਣੇ ਆਈ ਹੈ ਅਤੇ ਸਜ਼ਾ ਥੋੜ੍ਹੀ ਜਿਹੀ ਡਿਸਟਰਬਿੰਗ ਹੈ, ਤਾਂ ਕਰਕੇ ਆਪਾਂ ਨੂੰ ਆਹ ਪੋਡਕਾਸਟ ਕਰਨਾ ਪੈ ਰਿਹਾ। ਅਤੇ ਆਹ ਕੇਸ ਆ ਨੋਵਾ ਸਕੋਸ਼ੀਆ ਟਰੂਰੋ ਦਾ, ਪ੍ਰਭਜੋਤ ਸਿੰਘ ਖੱਤਰੀ, ਜਿਹੜਾ ਪਿੱਛੋਂ ਮੋਗੇ ਤੋਂ ਸੀਗਾ, 2017 ਦਾ ਆਇਆ ਸੀਗਾ ਕੈਨੇਡਾ। ਅਤੇ 5 ਸਤੰਬਰ 2021 ਨੂੰ ਪ੍ਰਭਜੋਤ ਸਿੰਘ ਆਪਣੇ ਦੋਸਤਾਂ ਨੂੰ ਮਿਲ ਕੇ ਨੋਰਮਲੀ ਆਪਣੇ ਘਰ ਵੱਲ ਨੂੰ ਵੱਧਦਾ, ਅਤੇ ਜਿਵੇਂ ਉਹ ਬਾਹਰ ਨੂੰ ਆਉਣ ਲੱਗਦਾ, ਪੌੜੀਆਂ ਉਤਰਦਾ ਬੈਕ ਸਾਈਡ ਤੋਂ ਨਿਕਲ ਕੇ ਆਪਣੇ ਘਰ ਦੀਆਂ, ਅਤੇ ਥੱਲੇ ਉਤਰ ਕੇ ਦੇਖਦਾ ਵੀ 2 ਜਣੇ ਬੈਕ ਯਾਰਡ 'ਚ ਸ਼ਰਾਬ ਪੀ ਰਹੇ ਨੇ। ਉਹਨਾਂ ਦੇ ਘਰ ਦੇ ਜਿਵੇਂ ਬੈਕ ਐਲੀ ਆ, ਉਹਦੇ ਸ਼ਰਾਬ ਪੀ ਰਹੇ ਹੁੰਦੇ ਨੇ, ਅਤੇ ਪਤਾ ਨਹੀਂ ਉੱਥੇ ਕੀ ਹੁੰਦਾ, ਕਿਸੇ ਨੂੰ ਨਹੀਂ ਪਤਾ। ਅੰਦਰ ਉਹਦੇ ਦੋਸਤ ਨੇ, ਉਹਨਾਂ ਨੂੰ ਵੀ ਨਹੀਂ ਪਤਾ ਕੀ ਹੁੰਦਾ। ਥੋੜ੍ਹੀ ਦੇਰ ਨੂੰ ਪ੍ਰਭਜੋਤ ਸਿੰਘ ਆਪਣੀ ਧੌਣ ਜੀ ਫੜ ਕੇ ਨਾ ਅੰਦਰ ਜਾਂਦਾ, ਭੱਜਦਾ ਵਾਪਸ ਦੋਸਤਾਂ ਕੋਲ। ਅਤੇ ਜਦੋਂ ਦੋਸਤ ਦੇਖਦੇ ਨੇ ਅਤੇ ਉਹ ਦੇਖਦੇ ਨੇ ਵੀ ਬਲੱਡ ਨਿਕਲ ਰਿਹਾ, ਪ੍ਰਭਜੋਤ ਸਿੰਘ ਨੂੰ ਕਿਸੇ ਨੇ ਸਟੈਬ ਕਰ ਦਿੱਤਾ ਹੁੰਦਾ ਇੰਨੀ ਦੇਰ ਨੂੰ, ਅਤੇ ਉਹ ਵਿਚਾਰਾ ਜਾਂਦਾ ਆਪਦਾ ਵੂੰਡ ਫੜ ਕੇ ਥੱਲੇ ਡਿੱਗ ਜਾਂਦਾ। ਇੰਨੀ ਦੇਰ ਨੂੰ ਜਦੋਂ ਉਹਦੇ ਦੋਸਤ ਦੇਖਦੇ ਨੇ ਵੀ ਹੋਇਆ ਕੀ, ਕਿਉਂਕਿ ਕਨਫਿਊਜ਼ ਹੋ ਕੇ ਡਰ ਗਏ ਵਿਚਾਰੇ ਵੀ ਹੋਇਆ ਕੀ ਅਚਾਨਕ। ਅਤੇ ਇੱਕ ਉਹਦਾ ਵੂੰਡ ਕਹਿੰਦੇ ਫੜ ਕੇ ਬੈਠਾ ਸੀਗਾ, ਅਤੇ ਦੂਜਾ ਦੋਸਤ ਜਾ ਕੇ ਫਟਾਫਟ ਪਿੱਛੇ ਜਾ ਕੇ ਦੇਖਦਾ, ਅਤੇ ਉਹ ਜਦੋਂ ਜਾ ਕੇ ਦੇਖਦਾ ਇੰਨੀ ਦੇਰ ਨੂੰ ਇੱਕ ਵਾਈਟ ਹੋਂਡਾ ਸਿਵਿਕ ਨਿਕਲ ਜਾਂਦੀ ਹੈ ਘਰ ਦੇ ਲਾਗੋਂ। ਉਹ ਜਿਹਨੇ ਦੇਖੀ ਹੁੰਦੀ ਹੈ ਮੁੰਡੇ ਨੇ, ਉਹ ਰੈਕਟੀਫਾਈ ਕਰ ਲੈਂਦਾ ਵੀ ਆਹ ਉਹੀ ਹੋਂਡਾ ਸਿਵਿਕ ਹੈ ਵੀ ਜਿਹੜੀ ਸਾਹਮਣੇ ਵਾਲੇ ਘਰ 'ਚ ਵਾਰ-ਵਾਰ ਆਉਂਦੀ ਹੁੰਦੀ ਆ। ਅਤੇ ਜਦੋਂ ਉਹ ਉਸ ਹੋਂਡਾ ਸਿਵਿਕ ਨੂੰ ਕਹਿੰਦੇ ਆ ਵੀ ਕਿਸੇ ਨੇ ਪਤਾ ਨਹੀਂ ਚੇਜ਼ ਵੀ ਕੀਤਾ, ਉਹ ਵੀਡੀਓ ਵੀ ਹੈ ਉਹਨਾਂ ਕੋਲ, ਅਤੇ ਉਹ ਪਛਾਣ ਲੈਂਦੇ ਨੇ ਵੀ ਉਹ ਬੰਦਾ ਕੌਣ ਸੀਗਾ ਕੌਣ ਨਹੀਂ, ਵੀ ਉਹਦੀ ਆਈਡੈਂਟੀਫਿਕੇਸ਼ਨ 'ਚ ਹੈਲਪ ਹੋ ਜਾਂਦੀ ਹੈ ਵੀ ਐਟਲੀਸਟ ਇਹ ਗੱਡੀ ਆਈ ਕਿਹਨਾਂ ਦੇ ਕੋਲ ਆ, ਕੌਣ ਸੀਗਾ ਇਸ ਗੱਡੀ ਨੂੰ ਚਲਾ ਰਿਹਾ, ਪੁਲਿਸ ਨੂੰ ਥੋੜ੍ਹੀ ਹੈਲਪ ਹੋ ਜਾਂਦੀ ਆ। ਸੋ ਮੈਂ ਇੱਕ ਗੱਲ ਐਡ ਕਰਦਾ, ਇਹ ਜਿਹੜਾ ਪ੍ਰਭਜੋਤ ਸਿੰਘ ਖੱਤਰੀ 2017 ਦੇ ਵਿੱਚ ਕੈਨੇਡਾ ਆਇਆ ਸੀ, ਐਂਡ ਉੱਥੇ ਪਿਛਲੇ 3-4 ਸਾਲ ਤੋਂ ਰਹਿ ਰਿਹਾ ਸੀਗਾ। ਐਂਡ ਜਿਹੜਾ ਇਹ ਕਤਲ ਹੋਇਆ, ਇਹ ਉੱਥੇ ਮੁੰਡੇ ਦੀ ਜੇ ਆਪਾਂ ਹੋਰ ਸਟੋਰੀ ਜਾਣੀ ਤਾਂ ਇਹ 2 ਜੋਬਸ ਕਰਕੇ ਆਪਣੀ ਮਦਰ ਦਾ ਇਕੱਲਾ ਬੇਟਾ ਸੀ ਜੋ ਆਪਣੀ ਮਦਰ ਨੂੰ ਉੱਥੇ ਬੈਕ ਹੋਮ ਸਪੋਰਟ ਕਰ ਰਿਹਾ ਸੀਗਾ। ਐਂਡ ਇਹ ਕੈਬ ਡਰਾਈਵਰ ਸੀਗਾ। ਜੇ ਕੰਮ ਵਾਲੇ ਲੋਕਾਂ ਤੋਂ ਪੁੱਛਿਆ ਜਾਵੇ ਤਾਂ ਬਹੁਤ ਹੀ ਨਾਈਸ, ਬਹੁਤ ਹੀ ਵਧੀਆ ਮੁੰਡਾ ਸੀਗਾ। ਈਵਨ ਇਹਦੇ ਦੋਸਤ ਵੀ ਬੜੇ ਵਧੀਆ ਸੀਗੇ ਜੋ ਇਹਨੂੰ ਮੰਨਦੇ ਸੀਗੇ। ਐਂਡ ਇਹ ਚੀਜ਼ ਦੀ ਕਿਸੇ ਨੂੰ ਭਣਕ ਵੀ ਨਹੀਂ ਸੀਗੀ ਕਿ ਇੱਦਾਂ ਕਿਸੇ ਦਾ ਮਰਡਰ ਹੋ ਜਾਊਗਾ, ਠੀਕ, ਕਿਉਂਕਿ ਇਹਨਾਂ ਏਰੀਆਜ਼ ਨੂੰ ਬਹੁਤ ਪੀਸਫੁਲ ਮੰਨਿਆ ਜਾਂਦਾ, ਬਟ ਸਟਿਲ ਇੱਥੇ ਇਹੋ ਜਿਹੀ ਚੀਜ਼ ਹੋਈ। ਐਂਡ ਥੋੜ੍ਹੇ ਦਿਨਾਂ ਬਾਅਦ ਜਾ ਕੇ ਜਦੋਂ ਪਤਾ ਲੱਗਦਾ ਵੀ ਆਹ ਮੁੰਡਾ ਕਿੱਥੋਂ ਦਾ, ਮੋਗੇ ਦਾ, ਅਤੇ ਉੱਥੋਂ ਦੀ ਸਿਟੀ ਵਾਲੇ ਟਰੂਰੋ ਵਾਲੇ ਵਿਜਲ ਕੱਢਦੇ ਨੇ ਪੂਰੀ ਬਰੈਂਪਟਨ ਤੋਂ ਛੱਡ ਕੇ, ਕਿ ਕਨੇਡਾ ਦੀ ਮੀਡੀਆ ਦੇ ਅੰਦਰ ਆ ਖਬਰ ਬੜੀ ਤੇਜ਼ੀ ਨਾਲ ਫੈਲ ਜਾਂਦੀ ਹੈ, ਅਤੇ ਪੰਜਾਬ 'ਚ ਤਾਂ ਓਬਵੀਅਸਲੀ ਜਾਣੀ ਹੈ। ਜਦੋਂ ਇਹ ਨਿਊਜ਼ ਆਉਂਦੀ ਹੈ ਵੀ ਕੈਨੇਡਾ ਵਰਗੀ ਥਾਂ 'ਚ ਇਹੋ ਜਿਹਾ ਇੰਸੀਡੈਂਟ ਹੋ ਗਿਆ, ਆਪਣੇ ਬੱਚਿਆਂ ਦੇ ਨਾਲ ਹੋ ਰਿਹਾ ਆ ਆਹ ਚੀਜ਼, ਰਾਈਟ, ਅਤੇ ਉਹ ਵਿਜਲ ਕੱਢਦੇ ਨੇ, ਉੱਥੋਂ ਵਾਲਿਆਂ ਨੇ ਤਾਂ ਕੱਢਣੀ ਹੈ ਇਨਸਾਫ ਦੇ ਲਈ, ਕਿਉਂਕਿ ਪੁਲਿਸ ਨੇ ਉਦੋਂ ਤੱਕ ਕੋਈ ਐਕਸ਼ਨ ਨਹੀਂ ਲਿਆ ਹੁੰਦਾ। ਜਦੋਂ ਤੱਕ ਸਾਨੂੰ ਪਤਾ ਲੱਗਿਆ ਉਦੋਂ ਤੱਕ ਕੋਈ ਐਕਸ਼ਨ ਨਹੀਂ ਲਿਆ। ਇੰਡੀਆ 'ਚ ਜਿਹੜੀਆਂ ਫਾਈਲਾਂ ਲੱਗ ਰਹੀਆਂ ਹੁੰਦੀਆਂ ਨੇ, ਉਹ ਕਾਲ ਆਉਂਦੇ ਨੇ ਕਈਆਂ ਨੂੰ ਵੀ ਉਹ ਕਿਹੜਾ ਸ਼ਹਿਰ ਹੈ, ਵੀ ਕਿਵੇਂ ਆ ਉੱਥੇ ਆਪਦੇ ਬੱਚਿਆਂ ਦਾ ਜਿਨ੍ਹਾਂ ਦੇ ਐਡਮਿਸ਼ਨ ਹੋਏ ਹੁੰਦੇ ਨੇ ਹਾਲੇ ਆਏ ਨਹੀਂ, ਉਹ ਸਾਰੇ ਕਹਿਣ ਲੱਗ ਜਾਂਦੇ ਨੇ ਵੀ ਕੈਂਸਲ ਕਰਾਈਏ ਯਾਰ, ਉੱਥੇ ਤਾਂ ਮਰਡਰ ਹੋ ਗਿਆ। ਇਸ ਦੌਰਾਨ ਜਦੋਂ ਉਹਦਾ ਮਰਡਰ ਹੋਇਆ ਨਾ, ਉੱਥੇ ਹੋਰ ਵੀ ਚੀਜ਼ਾਂ ਬਹੁਤ ਹੋਈਆਂ। ਜਿਹੜੇ ਇਮੀਗਰੈਂਟ ਆਪਣੇ ਉੱਥੇ ਰਹਿ ਰਹੇ ਸੀਗੇ, ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਹੋ ਗਿਆ ਸੀਗਾ। ਲੋਕ ਉੱਥੋਂ ਪ੍ਰੈਫਰ ਕਰਦੇ ਸੀ BC ਜਾਂ ਓਨਟਾਰੀਓ ਵਿੱਚ ਮੂਵ ਕਰਨਾ, ਜਿੱਥੇ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਐਟਲੀਸਟ। ਸੋ ਉੱਥੇ ਮੈਰੀਟਾਈਮ ਸਿੱਖ ਸੁਸਾਇਟੀ ਨੇ ਉੱਥੇ ਕੈਂਡਲ ਵਿਜਲ ਕੀਤੀਆਂ, ਆਪਣੇ ਲੋਕਾਂ ਨੇ ਉੱਥੇ ਇਕੱਠੇ ਹੋਏ। ਯਾਰ ਆਪਣੇ ਲੋਕ ਉੱਥੇ ਜਿਹੜੇ ਗੋਰੇ ਵੀ ਸੀਗੇ ਇਸ ਚੀਜ਼ ਨੂੰ ਸਮਝੇ ਕਿ ਪ੍ਰਭਜੋਤ ਸਿੰਘ ਖੱਤਰੀ ਦਾ ਮਰਡਰ ਹੋਇਆ, ਜੋ ਕਿ ਤੱਕ ਵਿਜਲ ਨਿਕਲੀ ਬਿਲਕੁਲ ਸਹੀ। ਬਟ ਉੱਥੇ ਹੇਟ ਕ੍ਰਾਈਮ ਦੇ ਹਿਸਾਬ ਨਾਲ ਸਾਰੇ ਲੋਕ ਇਕੱਠੇ ਹੋਏ ਜੋ ਵੀ ਉਹਦੇ ਕੰਮ ਵਾਲੇ ਸੀਗੇ, ਅਤੇ ਇਸ ਚੀਜ਼ ਲਈ ਸਾਰੇ ਇੱਕੋ ਚੀਜ਼ ਜਸਟਿਸ ਮੰਗ ਰਹੇ ਸੀ ਉਹਦੇ ਲਈ। ਅਤੇ ਇਸੇ ਵਿੱਚ ਜਦੋਂ ਦੇਖਦੇ ਨੇ ਵੀ ਵਿਜਲ ਕੱਢ ਰਹੇ ਨੇ ਸ਼ਹਿਰ ਵਾਲੇ, ਇੰਨੀ ਦੇਰ 'ਚ ਹੀ ਪੁਲਿਸ ਵਾਲੇ ਉਸ ਬੰਦੇ ਨੂੰ ਵੀ ਫੜ ਲੈਂਦੇ ਨੇ, ਕਨਵਿਕਟ ਨੂੰ, ਸਿਰਫ ਉਸ ਵੀਡੀਓ ਦੇ ਆਧਾਰ 'ਤੇ, ਉਹ ਗੱਡੀ ਦੇ ਆਧਾਰ 'ਤੇ। ਥੋੜ੍ਹੇ ਦਿਨਾਂ ਨੂੰ ਉਹਨੂੰ ਫੜ ਲਿਆ ਜਾਂਦਾ। ਉਹਦਾ ਨਾਂ ਨਿਕਲ ਕੇ ਆਉਂਦਾ ਕੈਮਰੋਨ ਜੇਮਸ, ਅਤੇ ਦੂਜੇ ਬੰਦੇ ਦਾ ਨਾਮ ਮੈਨੂੰ ਹਾਲੇ ਪਤਾ ਨਹੀਂ ਹੈ ਕੀ ਹੈ ਕੀ ਨਹੀਂ। ਅਤੇ ਉਹਨੂੰ ਦੋਵਾਂ ਨੂੰ ਫੜ ਲਿਆ ਜਾਂਦਾ, ਅਤੇ ਇੱਕ ਜਿਹੜਾ ਪ੍ਰਾਈਮ ਸਸਪੈਕਟ ਹੁੰਦਾ ਉਹਨੂੰ ਤਾਂ ਵੀ ਕਨਵਿਕਟ ਹੀ ਕੀਤਾ ਜਾਂਦਾ, ਕਿਉਂਕਿ ਉਹਦੇ ਤੋਂ ਉਹਨੇ ਹੀ ਕਨਵਿਕਟ ਕਰ ਲਿਆ ਹੁੰਦਾ ਵੀ ਹਾਂ ਮੈਂ ਹੀ ਹਾਂ ਵੀ ਜਿਹਨੇ ਕੀਤਾ। ਜਦੋਂ ਉਹਨੂੰ ਉਹਦੇ ਤੋਂ ਪੁੱਛਿਆ ਜਾਂਦਾ ਵੀ ਤੂੰ ਆਹ ਕੰਮ ਕਿਉਂ ਕੀਤਾ, ਹੋਇਆ ਕੀ, ਉਹ ਬੜੇ ਕੈਜੂਅਲੀ ਕਹਿ ਦਿੰਦਾ ਵੀ ਮੈਨੂੰ ਨਹੀਂ ਪਤਾ, ਮੈਂ ਸ਼ਰਾਬ ਪੀਤੀ ਸੀ ਅਤੇ ਮੇਰੇ ਤੋਂ ਮਾਰਿਆ ਗਿਆ। ਆਈ ਮੀਨ ਕਿੱਦਾਂ ਕਹਿ ਸਕਦੇ ਆ ਵੀ ਕੋਈ ਮੈਂ ਸ਼ਰਾਬ ਪੀਤੀ ਹੋਈ ਸੀ, ਮੈਂ ਬੰਦਾ ਮਾਰਤਾ।
ਇਹ ਕੈਨੇਡਾ ਹੈ, ਤੂੰ ਤੇਰਾ ਕੋਈ ਮੋਟਿਵ ਹੋਣਾ ਚਾਹੀਦਾ, ਕੋਈ ਹੋਊਗੀ, ਕੋਈ ਤੇਰੀ ਲੜਾਈ ਹੋਈ ਹੋਊਗੀ, ਕੋਈ ਤੇਰਾ ਬਹਿਸ ਹੋਈ ਹੋਊਗੀ। ਬੰਦਾ ਉੱਤਰ ਕੇ ਆਪਣੇ ਘਰ ਜਾ ਰਿਹਾ ਅਤੇ ਅਗਲੇ ਨੇ ਕੈਜੂਅਲੀ ਕਹਿ ਤਾ ਵੀ ਮੇਰੇ ਇਹਦੇ ਪਿੱਛੇ ਕੋਈ ਮੋਟਿਵ ਨਹੀਂ ਸੀਗਾ ਅਤੇ ਮੈਨੂੰ ਨਹੀਂ ਪਤਾ ਲੱਗਿਆ, ਮੈਂ ਨਸ਼ੇ 'ਚ ਉਹਨੂੰ ਬੰਦਾ ਮਾਰਤਾ। ਅਤੇ ਨਾ ਕੋਰਟ ਇਸ ਚੀਜ਼ ਨੂੰ ਇਸਟੈਬਲਿਸ਼ ਕਰ ਪਾਈ ਸੀ ਫੜਨ ਤੋਂ ਬਾਅਦ, ਜਦੋਂ ਦਾ ਉਹਦੇ ਟਰਾਇਲ ਨਿਕਲਣੇ ਸ਼ੁਰੂ ਹੁੰਦੇ ਨੇ। ਕੋਰਟ ਨਾ ਤਾਂ ਇਹ ਇਸਟੈਬਲਿਸ਼ ਕਰ ਪਾਈ ਵੀ ਹੇਟ ਕ੍ਰਾਈਮ ਹੈ, ਬਈ ਕੋਈ ਆਪਸ 'ਚ ਉਹਨਾਂ ਦੀ ਲੜਾਈ ਹੋਈ ਹੋਵੇ, ਆਪਸ 'ਚ ਉਹ ਉਹਨਾਂ ਦੇ ਯਾਰਾਂ ਦੋਸਤਾਂ 'ਚ ਕੋਈ ਐਵੇਂ ਦੀ ਲੜਾਈ ਹੋਈ ਹੋਵੇ ਵੀ ਜਿਹੜਾ ਉਹਨਾਂ ਨੇ ਪ੍ਰਭਜੋਤ ਦੇ ਯਾਰ ਦੋਸਤ ਰਹਿੰਦੇ ਨੇ ਜਿਨ੍ਹਾਂ ਦੇ ਉਹ ਘਰੇ ਉਹ ਐਕਚੁਅਲੀ ਆਇਆ ਸੀਗਾ, ਜਾਂ ਤਾਂ ਕੋਈ ਉਹਨਾਂ ਤੋਂ ਕੋਈ ਹੋਈ ਹੋਵੇ ਨਾ ਵੀ ਆਪਸ ਦੀ ਇਹਨਾਂ ਦੀ ਕੋਈ ਮਨਮੁਟਾਵ ਰਿਹਾ ਹੋਵੇ, ਇੱਦਾਂ ਦਾ ਵੀ ਕੋਈ ਸੀਨ ਨਹੀਂ ਨਿਕਲਦਾ। ਅਤੇ ਦੂਜਾ ਜਿਹੜਾ ਐਸਪੈਕਟ ਦੇ ਅੰਦਰ ਉਹਨੂੰ ਲਿਆ ਜਾਂਦਾ ਹੈ ਵੀ ਮੇ ਬੀ ਰੇਸ਼ੀਅਲੀ ਕੋਈ ਐਵੇਂ ਦਾ ਡਿਸਕ੍ਰਿਮੀਨੇਸ਼ਨ ਜਾਂ ਰੇਸ਼ੀਅਲ ਹੇਟ ਦੇ ਲਈ ਵੀ ਹੋ ਸਕਦਾ ਵੀ ਮਾਰ ਦਿੱਤਾ ਗਿਆ ਹੋਵੇ। ਇੱਦਾਂ ਦਾ ਵੀ ਕੋਈ ਨਹੀਂ, ਕੋਈ ਆਬਜੈਕਟਿਵ ਨਹੀਂ, ਕੋਈ ਰੇਸ਼ੀਅਲੀ ਨਹੀਂ। ਅਤੇ ਜਦੋਂ 2021 ਤੋਂ ਲੈ ਕੇ ਹੁਣ ਤੱਕ ਦਾ ਜਦੋਂ ਉਹਦਾ ਨਿਕਲਿਆ 2023 ਦੇ ਅੰਦਰ ਜਾ ਕੇ ਕੋਰਟ ਕੇਸ ਚੱਲ ਰਹੇ ਨੇ, ਉਹਦੀਆਂ ਤਰੀਕਾਂ ਪੈ ਰਹੀਆਂ ਨੇ, ਅਤੇ ਇੰਨੀ ਦੇਰ ਨੂੰ ਫੰਡ ਰੇਜ਼ ਵੀ ਕੀਤਾ ਜਾਂਦਾ। ਜਦੋਂ ਵਿਜਲ ਚੱਲਦੀ ਹੈ ਲੋਕਾਂ ਨੂੰ ਪਤਾ ਲੱਗਦਾ ਫੰਡ ਰੇਜ਼ ਹੁੰਦਾ ਇੱਕ, ਅਤੇ $1 ਲੱਖ ਦੇ ਕੇ ਉਹਦੀ ਬੋਡੀ ਨੂੰ ਜਿਵੇਂ ਨਾ ਕਿਵੇਂ ਪਿੱਛੇ ਭੇਜਿਆ ਜਾਂਦਾ ਇੰਡੀਆ, ਉਹਦੀ ਮਦਰ ਹੋਣਾ ਦੇ ਲਈ ਸਪੋਰਟ ਤੋਰਿਆ ਜਾਂਦਾ। ਬੰਦਾ ਇੱਥੇ ਸੋਚ ਲੈਂਦੇ ਹਾਂ ਆਪਾਂ ਵੀ ਇੱਥੇ ਸਮਝ ਆ ਗਈ ਵੀ ਲੜਾਈ ਹੋ ਗਈ, ਕੁਛ ਵੀ ਹੋ ਗਿਆ। ਉੱਥੇ ਤਾਂ ਕੋਈ ਹੈ ਐਕਸਪਲੇਨੇਸ਼ਨ ਵੀ ਉੱਥੇ ਕੀ ਹੋਇਆ ਕੀ ਨਹੀਂ ਹੋਇਆ। ਅਤੇ ਜਿੰਨੀ ਚਿਰ ਨੂੰ ਇਹਦੇ 2 ਸਾਲ ਹੋ ਗਏ 2021 ਤੋਂ ਲੈ ਕੇ 2022 2023 ਦੇ ਅੰਦਰ ਜਾ ਕੇ ਸਜ਼ਾ ਆਉਂਦੀ ਆ। ਬੜੇ ਲੋਕਾਂ ਨੂੰ ਹੋਪ ਸੀਗੀ, ਬੜੀ ਹੀ ਆਰਗੇਨਾਈਜੇਸ਼ਨ ਨੂੰ, ਵੀ ਸਾਊਥ ਏਸ਼ੀਅਨ ਜਿਹੜੇ ਇਹਨਾਂ ਚੀਜ਼ਾਂ ਲਈ ਕੰਮ ਕਰਦੇ ਨੇ, ਮੀਡੀਆ 'ਚ ਜਦੋਂ ਇਹ ਗੱਲ ਆਉਂਦੀ ਹੈ ਨਿਕਲ ਕੇ, ਅਤੇ ਉਹਨੂੰ ਸਜ਼ਾ ਪਤਾ ਕਿੰਨੇ ਦੀ ਹੋਈ? 9 ਸਾਲ। 9 ਸਾਲ ਵੀ ਕਿਉਂ? ਕਿਉਂਕਿ ਇੱਥੋਂ ਦਾ ਲਾਅ ਐਕਸਪਲੇਨ ਕਰ ਗਿਆ ਵੀ ਉਹਦੇ ਪਿੱਛੇ ਕੋਈ ਹੇਟ ਨਹੀਂ ਹੈ, ਕੋਈ ਰੇਸ਼ੀਅਲੀ ਕੋਈ ਨਹੀਂ ਨਿਕਲ ਕੇ ਆਇਆ ਵੀ ਮੋਟਿਵ ਕੀ ਸੀਗਾ। ਮਤਲਬ ਜੇ ਤੁਹਾਡਾ ਮੋਟਿਵ ਨਹੀਂ ਆ, ਕੈਨੇਡਾ ਦਾ ਲਾਅ ਤਾਂ ਇੱਕ ਤਰੀਕੇ ਦੇ ਨਾਲ ਐਵੇਂ ਐਕਸਪਲੇਨ ਕਰ ਗਿਆ ਵੀ ਜੇ ਤੁਹਾਡਾ ਮੋਟਿਵ ਨਹੀਂ ਹੈ ਨਾ, ਤਾਂ ਤੁਸੀਂ ਕਿਸੇ ਨੂੰ ਵੀ ਮਾਰ ਦਿਓ। ਤੂੰ ਬਾਹਰ ਨਿਕਲਣਾ ਇੱਥੋਂ, ਤੇਰਾ ਜੀਅ ਕਰਦਾ ਤੂੰ ਕਿਸੇ ਨੂੰ ਮਾਰ ਦੇ, ਜੇ ਪੁਲਿਸ ਤੈਨੂੰ ਫੜ ਲੈਂਦੀ ਹੈ ਤੂੰ ਬੜੇ ਪਿਆਰ ਨਾਲ ਕਹਿ ਦੀ ਮੈਨੂੰ ਨਹੀਂ ਪਤਾ ਮੈਂ ਕਿਉਂ ਮਾਰਤਾ, ਮੇਰਾ ਕੋਈ ਮੋਟਿਵ ਨਹੀਂ ਸੀਗਾ, ਨਾ ਮੈਂ ਇਸ ਬੰਦੇ ਨੂੰ ਨਫ਼ਰਤ ਕਰਦਾ ਸੀਗਾ। 9 ਸਾਲ ਹੀ ਤਾਂ ਹੈ, ਕਿਸੇ ਦੀ ਜਾਨ ਦੀ ਕੀਮਤ ਸਿਰਫ 9 ਸਾਲ। ਉਹਦੀ ਆਉਣ ਵਾਲੀਆਂ ਸਦੀਆਂ ਖਰਾਬ ਹੋ ਗਈਆਂ ਉਸ ਪਰਿਵਾਰ ਦੀਆਂ, ਅਤੇ ਮੁੜ ਕੇ ਕੀ ਨਿਕਲਦਾ 9 ਸਾਲ। ਉਹਨੇ 9 ਸਾਲ ਬਾਅਦ ਬਾਹਰ ਆ ਜਾਣਾ। ਐਂਡ ਇਸ ਚੀਜ਼ ਦੀਆਂ ਮਰਡਰ ਨੂੰ ਮੁੱਖ ਨਹੀਂ ਰੱਖਿਆ ਗਿਆ ਜਦੋਂ ਫੈਸਲਾ ਸੁਣਾਇਆ ਗਿਆ, ਇਸ ਨਾਲ ਵਰਡਸ ਨੂੰ ਜਾਂ ਉਸ ਬੰਦੇ ਦੇ ਗੱਲਾਂ ਨੂੰ ਮੁੱਖ ਰੱਖ ਕੇ ਫੈਸਲਾ ਉਹਦੇ ਹੱਕ 'ਚ ਇੱਕ ਹਿਸਾਬ ਦਾ ਸੁਣਾ ਦਿੱਤਾ ਕਿ 9 ਸਾਲ ਦੀ ਸਜ਼ਾ, ਜੇ 4-5 ਸਾਲਾਂ 'ਚ ਉਹ ਸ਼ਾਇਦ ਬਾਹਰ ਵੀ ਆ ਜਾਵੇ ਪੇਰੋਲ ਦੇ ਉੱਤੇ। 9 ਸਾਲ ਤਾਂ ਬਹੁਤ ਘੱਟ ਆ ਇਸ ਚੀਜ਼ ਲਈ। ਜਿਹਦੀ ਮਾਂ ਦਾ ਪੁੱਤ ਗਿਆ ਆ ਉਹ ਕਦੀ ਨਹੀਂ ਵਾਪਸ ਆਉਣਾ। ਉਹ ਤਾਂ ਪਹਿਲਾਂ ਹੀ ਜਿਵੇਂ ਦਾ ਰਹਿ ਰਿਹਾ ਸੀਗਾ, ਜਿਵੇਂ ਦਾ ਉਹਦਾ ਨਿਕਲ ਕੇ ਆਇਆ ਸਟਰਕਚਰ ਵੀ ਕੀ ਕੰਮ ਕਰਦਾ ਸੀ ਕੀ ਨਹੀਂ ਕਰਦਾ, ਉਹਦੇ ਲਈ ਤਾਂ ਮਾਇਨੇ ਨਹੀਂ ਰੱਖਦੀ। 9 ਸਾਲ ਉਹਨੂੰ ਵਧੀਆ ਰੋਟੀ ਮਿਲਣੀ ਹੈ ਬੰਦੇ ਨੂੰ। ਲਾਅ ਤਾਂ ਬਹੁਤ ਸਟ੍ਰਿਕਟ ਕਰਨ ਦੀ ਲੋੜ ਹੈ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ। ਐਂਡ ਸਭ ਤੋਂ ਮਾੜੀ ਚੀਜ਼ ਜੋ ਇਸ ਘਟਨਾ ਦੇ ਸਾਹਮਣੇ ਆਈ, ਇਸ ਚੀਜ਼ ਨੂੰ ਹੀਟ ਕ੍ਰਾਈਮ ਨਹੀਂ ਦੱਸਿਆ ਗਿਆ, ਇਸ ਨੂੰ ਕੋਈ ਰੇਸਿਜ਼ਮ ਅਟੈਕ ਨਹੀਂ ਦੱਸਿਆ ਗਿਆ, ਇਸ ਨੂੰ ਬਸ ਇੱਕ ਸਿੰਪਲ ਉਹਦੀਆਂ ਗੱਲਾਂ ਸਮਝ ਕੇ ਕਿ ਇਹ ਤੋਂ ਗਲਤੀ ਨਾਲ ਹੀ ਬੰਦਾ ਮਰ ਗਿਆ, ਜਾਂ ਇਹ ਕਹਿ ਲਓ ਕਿ ਉਹਨੇ ਮਾਰਤਾ ਬੰਦਾ। ਲਾਅ ਆਪਣੇ ਆਪ ਨੂੰ ਮਾੜਾ ਜਿਹਾ ਸਟ੍ਰਿਕਟ ਕਰ ਲਏ ਵੀ ਜੇ ਇਹਨੂੰ ਰੱਖਣ ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਤਾਂ ਚਾਹੀਦੀ ਆ, ਘੱਟੋ ਘੱਟ 40 ਸਾਲ ਹੁੰਦੀ ਆ, ਘੱਟੋ ਘੱਟ ਉਹ ਚਾਹੀਦੀ ਆ। ਵੀ ਸਾਡੀ ਵੀ ਹੁਣ ਕਮਿਊਨਿਟੀ ਨੂੰ ਮੈਂ ਕਹੂੰਗਾ, ਜਿੰਨੇ ਵੀ ਲੋਕ ਨੇ, ਜਿੰਨੇ ਵੀ ਇਨਫਲੂਐਂਸ਼ੀਅਲ ਲੋਕ ਨੇ, ਪਲੀਜ਼ ਸਾਰੇ ਮੀਡੀਆ ਨੂੰ ਬੇਨਤੀ ਹੈ ਤੁਸੀਂ ਸਪੋਂਸਰਸ਼ਿਪ ਲੈ ਕੇ ਜੋ ਕਰਨਾ ਕਰੋ। ਅਸੀਂ ਵੀ ਲੈਂਦੇ ਹਾਂ, ਅਗਲੇ ਵੀ ਲੈਂਦੇ ਨੇ, ਪਰ ਐਵੇਂ ਦੀ ਕੇਸ ਜਿਹਦੇ ਅੰਦਰੋਂ ਸਾਨੂੰ ਕੱਢਣ ਪਾਉਣ ਨੂੰ ਕੁਛ ਨਹੀਂ ਨਾ ਹੈਗਾ। ਜਿੰਨੇ ਵੀ ਇਨਫਲੂਐਂਸਰਸ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਹੋ ਜਿਹੇ ਕੇਸ ਚੱਕਿਆ ਕਰੋ ਜਦੋਂ ਵੀ ਐਵੇਂ ਦੇ ਮੁੱਦੇ ਆਉਂਦੇ ਨੇ। ਹੁਣ ਮੈਂ ਕਿੰਨੇ ਕੇਸਿਸ ਐਵੇਂ ਗਿਣਾ ਦਿੰਦਾ। ਮੈਂ ਅਗੇਨ ਕੋਈ ਮੈਂ ਰੇਸ਼ੀਅਲੀ ਕਿਸੇ ਨੂੰ ਡਿਸਕ੍ਰਾਈਬ ਨਹੀਂ ਕਰਨਾ ਚਾਹੁੰਦਾ। ਤੁਸੀਂ ਬਲੈਕਸ ਦਾ ਦੇਖੋਗੇ, ਤੁਸੀਂ ਵਾਈਟਸ ਦਾ ਦੇਖੋਗੇ, ਤੁਸੀਂ ਅਫਗਾਨੀਆਂ ਦਾ ਦੇਖ ਲਓਗੇ, ਜਦੋਂ ਵੀ ਉਹਨਾਂ ਦੀ ਕਮਿਊਨਿਟੀ 'ਤੇ ਕੋਈ ਚੱਕਰ ਪੈਂਦਾ ਹੈ ਨਾ, ਉਹ ਸਾਰੇ ਇੱਕ ਹੋ ਜਾਂਦੇ ਨੇ। ਸਾਡੇ ਵਾਲੇ ਪਤਾ ਕੀ ਕਰਦੇ ਨੇ, ਸਾਡੇ ਵਾਲੇ ਕਿਤੇ ਨਾ ਕਿਤੇ ਬਿਜ਼ੀ ਹੋ ਕੇ ਕਹਿ ਦਿੰਦੇ ਨੇ ਵੀ ਯਾਰ ਉਹ ਮਾੜਾ ਹੋਇਆ, ਵੱਧ ਤੋਂ ਵੱਧ ਜੇ ਕਰਨਾ ਕਿਸੇ ਨੇ। ਹੁਣ ਤਾਂ ਅੱਜ ਕੱਲ੍ਹ ਤਾਂ ਚਲੋ ਫੰਡ ਰੇਜ਼ਿੰਗ ਦਾ ਫਿਰ ਵੀ ਆ ਵੀ ਲੋਕਾਂ ਨੇ ਫੰਡ ਰੇਜ਼ਿੰਗ ਕਰਤਾ। ਸਭ ਤੋਂ ਜ਼ਿਆਦਾ ਮੇਰਾ ਪ੍ਰੋਬਲਮ ਹੈ ਵੀ ਮੀਡੀਆ ਵਾਲਿਆਂ ਤੋਂ, ਇਨਫਲੂਐਂਸਰਸ ਤੋਂ। ਤੁਸੀਂ ਹੀ ਹੋ ਜੇ ਤੁਹਾਨੂੰ ਲੋਕਾਂ ਨੇ ਇੱਥੋਂ ਤੱਕ ਲੈ ਕੇ ਆਏ ਨੇ, ਅਤੇ ਆਪਾਂ ਹੀ ਇਹ ਗੱਲ ਅੱਗੇ ਕਰਨੀ ਆ। ਹਾਂਜੀ, ਵੀ ਕੈਨੇਡਾ ਦੇ ਅੰਦਰ ਵੀ ਡਿਸਟਰਬਡ ਲੋਕ ਬਥੇਰੇ ਹੈਗੇ ਨੇ ਜੋ ਆਹ ਕੰਮ ਕਰਨ ਨੂੰ ਤਿਆਰ ਨੇ।
ਰਾਈਟ। ਵੀ ਆਪਾਂ ਕਹਿ ਦਿੰਦੇ ਵੀ ਇੰਡੀਆ ਬਹੁਤ ਸੇਫ ਹੈ, ਇੰਡੀਆ ਵੀ ਸੇਫ ਨਹੀਂ ਹੈਗਾ, ਕੈਨੇਡਾ ਸੇਫ ਹੈ। ਆਹ ਕੇਸ ਨੇ ਤਾਂ ਹਿਲਾ ਕੇ ਰੱਖਤਾ। ਮੇਰੇ ਕਿੰਨੇ ਹੀ ਐਵੇਂ ਦੇ ਲੋਕ ਬਾਅਦ 'ਚ ਆਏ ਨੇ ਜਿਨ੍ਹਾਂ ਨੇ ਇਹ ਕਿਹਾ ਵੀ ਚਲੋ ਪਹਿਲਾਂ ਲੋਕ ਕੀ ਕਰਦੇ ਸੀਗੇ ਇਸ ਕੇਸ ਤੋਂ ਪਹਿਲਾਂ, ਵੀ ਕੁਛ ਵੀ ਹੋ ਜਾਏ ਯਾਰ ਬਰੈਂਪਟਨ ਸਰੀ ਇੱਧਰ ਨਹੀਂ ਆਉਣਾ, ਵਿਨੀਪੈਗ ਵੀ ਜਿੱਥੇ ਪੰਜਾਬੀ ਜ਼ਿਆਦਾ ਨੇ ਬਾਹਰ ਨੂੰ ਘੱਲਣੇ ਆ ਬੱਚੇ, ਵੀ ਘੱਟੋ ਘੱਟ ਗੋਰਿਆਂ 'ਚ ਰਹਿਣਗੇ, ਥੋੜ੍ਹਾ ਸੇਫ ਰਹਿਣਗੇ। ਆਪਣੇ ਵਾਲੇ ਲੱਤਾਂ ਖਿੱਚਦੇ ਨੇ, ਪੇ ਮਾਰਦੇ ਨੇ, ਉਹ ਵੀ ਸੱਚਾਈ ਆ, ਪਰ ਕਿਤੇ ਨਾ ਕਿਤੇ ਵੀ ਬਾਹਰ ਰਹਿਣਗੇ ਸਹੀ ਰਹਿਣਗੇ, ਵੀ ਆਪਣੇ ਵਾਲਿਆਂ ਦੀ ਕੰਪੀਟੀਸ਼ਨ ਤੋਂ ਬਚ ਜਾਣਗੇ, ਥੋੜ੍ਹਾ ਚਿੱਲ ਜਿਹਾ ਹੋ ਕੇ ਰਹਿਣਗੇ ਵੀ ਦਿਮਾਗ ਵੱਲੋਂ ਪੀਸਫੁਲੀ। ਪਰ ਆਹ ਕੇਸ ਨੇ ਸਾਰਾ ਕੁਛ ਹੀ ਬਦਲ ਕੇ ਰੱਖਤਾ। ਵੀ ਬੰਦਾ ਬਰੈਂਪਟਨ ਰਹਿ ਲਏ, ਸਰੀ ਰਹਿ ਲਏ, ਆਪਣੇ ਵਾਲੇ ਜਿਵੇਂ ਦੇ ਮਰਜ਼ੀ ਨੇ, ਭਾਵੇਂ ਇਹਨੂੰ ਮਿਨੀ ਪੰਜਾਬ ਕਿਹਾ ਜਾਂਦਾ ਬਰੈਂਪਟਨ ਨੂੰ, ਜਿਵੇਂ ਮਰਜ਼ੀ ਆ। ਹੈ ਤਾਂ ਖੈਰ ਇਹ ਵੀ ਨਹੀਂ ਸੇਫ, ਇੱਥੇ ਵੀ ਕਿੰਨੇ ਸਾਰੇ ਕੇਸ ਹੋ ਗਏ ਜਿਹੜੀ ਤੁਸੀਂ ਉਹ ਗੱਲ ਕਰਦੇ ਸੀਗੇ ਵੀ ਜਿਹੜਾ ਉਹ ਆਪਣੇ ਸਿੰਘ ਨੂੰ ਕੁਈਨ ਮੈਰੀ ਦੇ ਲਾਗੇ ਬਰੈਂਪਟਨ 'ਚ ਕੀਤਾ ਗਿਆ ਸੀਗਾ, ਉਹ ਵੀ ਕੁਛ ਐਵੇਂ ਦਾ ਸੀਗਾ। ਅਤੇ ਇਸ ਕੇਸ ਨੇ ਤਾਂ ਸਾਫ਼ ਐਂ ਕਰਤਾ ਨਾ ਵੀ ਕੋਈ ਇਨਸਾਫ ਨਾਂ ਦੀ ਚੀਜ਼ ਫਿਲਹਾਲ ਤਾਂ ਦਿਖਾਈ ਨਹੀਂ ਦੇ ਰਹੀ। ਓਕੇ, ਸੋ ਅਗਸਤ 2020 ਵਿੱਚ ਬਰੈਂਪਟਨ 'ਚ ਵੀ ਇੱਕ ਕਤਲ ਹੁੰਦਾ ਹੈ ਸੂਰਜਦੀਪ ਸਿੰਘ ਨਾਮ ਦੇ ਮੁੰਡੇ ਦਾ, ਜਿਹ 'ਚੋਂ ਮੁੰਡਾ ਗੁਰਦੁਆਰਾ ਸਾਹਿਬ ਤੋਂ ਆਪਣੇ ਘਰੇ ਜਾ ਰਿਹਾ ਸੀਗਾ, ਅਤੇ ਦੁਪਹਿਰ ਦੇ 3:30 ਵਜੇ ਦਾ ਟਾਈਮ ਸੀਗਾ, ਜਿਸ ਟਾਈਮ ਉਹਨੂੰ ਟ੍ਰੇਲ ਦੇ ਉੱਤੇ ਕੁਈਨ ਮੈਰੀ ਐਂਡ ਹੀਥਵੁੱਡ ਦੇ ਇੰਟਰੈਕਸ਼ਨ ਦੇ ਲਾਗੇ ਟ੍ਰੇਲ ਆ, ਉੱਥੇ ਰੋਕਿਆ ਜਾਂਦਾ ਅਤੇ ਉਹਨੂੰ ਸਟੈਬ ਕੀਤਾ ਜਾਂਦਾ। ਮੋਟਿਵ ਸੀਗਾ ਚੋਰੀ ਦਾ, ਬਟ ਚੋਰੀ ਕਰਨ ਤੋਂ ਬਾਅਦ ਉਸਦੇ ਨਾਲ ਤੇਜ਼ ਤਰਾਰ ਚੀਜ਼ਾਂ ਦੇ ਨਾਲ ਵਾਰ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ। ਨਾਲੇ ਉਦੋਂ ਤੋਂ ਮਿਲਿਆ ਵੀ ਸੀ ਨਹੀਂ ਨਾ ਕੁਛ, ਉਹਨੂੰ ਰੋਕਿਆ ਉਹਨਾਂ ਨੇ, ਜਦੋਂ ਉਹਦੇ ਤੋਂ ਮੰਗਿਆ ਵੀ ਦੇ ਤੂੰ ਕੁਛ ਹੈ ਤੇਰੇ ਕੋਲੇ, ਅਤੇ ਉਹ ਵਿਚਾਰੇ ਕਹਿੰਦੇ, ਕਈਆਂ ਨੇ, ਹੁਣ ਮੌਕੇ 'ਤੇ ਤਾਂ ਕੋਈ ਵੀ ਨਹੀਂ ਸੀਗਾ, ਕਈ ਕਹਿੰਦੇ ਨੇ ਵੀ ਉਹਨੇ ਫਾਈਟ ਬੈਕ ਕੀਤਾ। ਅਤੇ ਜੇ 16 ਸਾਲ ਦੇ ਜਿਹੜੇ ਇੱਥੋਂ ਦੇ ਹੈਗੇ ਨੇ ਨਾ, ਮੈਂ ਅਗੇਨ ਕਿਸੇ ਨੂੰ ਰੇਸ਼ਲੀ ਪ੍ਰੋਫਾਈਲਿੰਗ ਨਹੀਂ ਕਰਨਾ ਚਾਹੁੰਦਾ, ਜਿੰਨੇ ਵੀ ਨੇ, ਜਿੰਨੇ ਛੋਟੇ ਓਨੇ ਖੋਟੇ ਨੇ। ਇੱਥੋਂ ਆਹ ਵਾਲਾ ਕੰਮ ਹੈ, ਸਕੂਲ ਜਾ ਕੇ ਦੇਖੋ ਤੁਸੀਂ। ਅਤੇ ਇੱਥੇ ਕੀ ਇਕੱਲਾ ਇੰਡੀਆ, ਵੀ ਹਰ ਕੰਟਰੀ ਦਾ ਲਾਅ, ਜੂਵੀਨਾਈਲ ਲਾਅ ਨੂੰ ਜਦੋਂ ਤੱਕ ਆਪਣੀ ਇੱਕ ਦੇ ਕੇ ਚੱਲਦਾ ਨਾ ਵੀ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਇਹਨਾਂ ਦੀ ਨਾ, ਕੈਨੇਡਾ 'ਚ ਤਾਂ ਇਹ ਹੈ ਇਹਨਾਂ ਦੀ ਨਾ ਆਈਡੈਂਟੀਟੀ ਰਿਵੀਲ ਹੋਵੇ। ਇਹ ਹੈ 16 ਸਾਲ ਤੋਂ ਥੱਲੇ ਸੀਗੇ, ਜਿਸ ਕਰਕੇ ਇਹਨਾਂ ਨੂੰ ਐਜ਼ ਏ ਮਾਈਨਰ ਕੀਤਾ ਗਿਆ। ਹਾਂ, ਮਾਈਨਰ ਜੂਵੀਨਾਈਲ ਲਾਅ ਆ, ਜੂਵੀਨਾਈਲ ਲਾਅ, ਇਹਨਾਂ ਨੂੰ ਮਾਈਨਰ ਤਰੀਕੇ ਨਾਲ ਕੀਤਾ ਗਿਆ ਟਰੀਟ, ਬਿਲਕੁਲ। ਅਤੇ ਕੋਰਟ ਦੇ ਵਿੱਚ ਜਿਹੜਾ ਫੈਸਲਾ ਸੀ ਉਸ ਦੇ ਮਰਡਰ ਨੂੰ ਰੱਖ ਕੇ, ਮੁੱਖ ਰੱਖ ਕੇ ਨਹੀਂ ਸੁਣਾਇਆ ਗਿਆ, ਜਦ ਕਿ ਇਹਨਾਂ ਦੀ ਏਜ ਨੂੰ ਰੱਖ ਕੇ ਸੁਣਾਇਆ ਗਿਆ ਆ ਕਿ ਹਾਂ ਬਈ ਇਹ ਛੋਟੇ ਨੇ, ਨਾ ਇਹਨਾਂ ਦਾ ਨਾਮ ਦੱਸਿਆ ਗਿਆ। ਇਹਨਾਂ ਦੀ ਸਜ਼ਾ ਪਤਾ ਲੱਗੀ ਨਹੀਂ, ਕੁਛ ਨਾਮ ਤਾਂ ਦੱਸਦੇ ਨਹੀਂ ਨਾ। 18 ਤੋਂ ਅੰਡਰ ਕਿਸੇ ਨੂੰ ਨਹੀਂ ਪਤਾ ਲੱਗਦਾ, 18 ਸਾਲ ਤੋਂ ਅੰਦਰ ਤੁਹਾਡੇ ਕੋਲੇ ਪੂਰਾ ਲਾਇਸੈਂਸ ਦੇ ਦਿੰਦੇ ਨੇ, ਤੁਸੀਂ ਜੋ ਕਰਨਾ ਕਰੋ। ਕਿਤੇ ਨਾ ਇਹ ਲਾਅ ਵਧੀਆ ਵੀ ਆ ਵੀ ਜੇ ਕਿਤੇ ਤੋਂ ਕਿਸੇ ਬੰਦੇ ਤੋਂ ਵਾਕਈ ਕੋਈ ਮਿਸਟੇਕ ਹੋ ਜਾਵੇ ਅਤੇ ਉਹ ਆਪਣੀ ਜ਼ਿੰਦਗੀ ਪਈ, ਉਹਦੀ ਜ਼ਿੰਦਗੀ ਨਹੀਂ ਖਰਾਬ ਹੁੰਦੀ ਅਣਜਾਣਪੁਣੇ ਦੇ ਅੰਦਰ ਕੀਤੀ ਹੋਈ ਮਿਸਟੇਕ ਦੀ। ਬਟ ਯਾਰ ਕਿਸੇ ਦੀ ਜਾਨ ਲੈ ਲੈਣਾ, ਅਤੇ ਤੁਸੀਂ ਉਹਨੂੰ ਐਜ਼ ਐਂ ਟਰੀਟ ਕਰ ਰਹੇ ਹੋ ਵੀ ਇਹਦੇ ਤੋਂ ਮਿਸਟੇਕ ਹੋ ਗਈ ਆ, ਉਹਨੂੰ ਸਗੋਂ ਅਵੇਅਰ ਕਰੋ। ਜਿਹੜਾ ਬੱਚਾ ਨਿੱਕੇ ਹੁੰਦਿਆਂ ਜੇ ਚਿਕਨ ਕੱਟਣਾ ਸ਼ੁਰੂ ਕਰ ਦਿੰਦਾ ਹੈ ਨਾ, ਅਤੇ ਉਹਦੀ ਵੱਡੇ ਹੋ ਕੇ ਮੈਂਟੈਲਿਟੀ ਡਿਫਰੈਂਟ ਹੁੰਦੀ ਆ। ਵੀ ਬੱਚੇ ਟੂ ਬੱਚੇ ਦੀ ਛੋਟੀ ਏਜ 'ਚ ਜੋ ਆਦਤ ਪਈ ਹੈ ਉਹ ਲੌਂਗ ਲਾਸਟਿੰਗ ਜਾਂਦੀ ਹੈ। ਹੁਣ ਜੇ ਤੁਸੀਂ ਮਰਡਰ ਵਰਗੀ ਏਜ ਚੀਜ਼ ਨੂੰ ਸੋਚ ਕੇ ਚੱਲ ਰਹੇ ਹੋ ਵੀ ਜੇ ਉਹ ਨਿੱਕੇ ਹੁੰਦਿਆਂ ਜੇ ਕਿਸੇ ਦਾ ਮਰਡਰ ਕਰਕੇ ਜਾ ਰਿਹਾ, ਤੁਸੀਂ ਉਹਨੂੰ ਢੱਕ ਰਹੇ ਹੋ, ਬੇਸ਼ੱਕ ਇਹ ਸਾਰੀ ਉਮਰ ਉਹਦੇ ਰੈਕਡ 'ਚ ਰਹੂਗਾ, ਪਰ ਨਾ ਈਵਨ ਤੋਂ ਜਿਵੇਂ ਹੁਣ ਆਪਣਾ RCMP ਦਾ ਕਲੀਅਰੈਂਸ ਨਹੀਂ ਲੈਣਾ ਹੁੰਦਾ, ਜਿਵੇਂ ਕੋਈ ਵੀ ਜੋਬ ਲੱਗਦੇ ਆ, ਕੁਛ ਵੀ ਲੱਗਦੇ ਆ, ਈਵਨ ਦੋ ਕਹਿੰਦੇ ਆ ਵੀ ਉਦੋਂ ਸਿਰਫ ਪੁਲਿਸ ਵਾਲੇ ਇਹਨਾਂ ਨੂੰ ਪਤਾ ਹੁੰਦਾ ਵੀ ਇਹਦੀ ਪਾਸਟ ਦੇ ਅੰਦਰ ਆਹ ਮਿਸਟੇਕ ਹੋਈ ਆ, ਉਸ ਤੋਂ ਇਲਾਵਾ ਇੰਪਲੋਇਰਸ ਤੱਕ ਨੂੰ ਨਹੀਂ ਰਿਲੀਜ਼ ਕਰਦੇ ਵੀ ਇਹਨੇ ਆਹ ਕੰਮ ਕੀਤਾ। ਉਹ ਇਹ ਕਿ ਹੁਣ 16 ਸਾਲ ਦਾ ਬੱਚਾ ਚੋਰੀ ਕਰਨੀ ਜਾਣਦਾ ਆ, ਮਰਡਰ ਕਰਨਾ ਜਾਣਦਾ ਆ। ਹਾਂ, ਉਹਦੇ ਦਿਮਾਗ 'ਚ ਇੰਨਾ ਸੋਚ ਨਹੀਂ, ਰਾਈਟ। ਇੰਨਾ ਵੈਪਨ ਰੱਖ ਕੇ ਉਹ ਮਾਰ ਸਕਦਾ ਕਿਸੇ ਨੂੰ, ਉਹਨੂੰ ਵੈਪਨ ਰੱਖਣ ਦਾ ਪਤਾ, ਉਹਨੂੰ ਸਟੈਬ ਕਰਨ ਦਾ ਪਤਾ, ਇੰਨਾ ਜਿਗਰਾ ਹੈ ਵੀ ਉਹ ਕਿਸੇ ਨੂੰ ਮਾਰ ਦੇਵੇ, ਪਰ ਉਹਨੂੰ ਇੰਨਾ ਨਹੀਂ ਪਤਾ ਵੀ ਮਾਈਨਰ ਕਹਿ ਕੇ ਉਹਨੂੰ ਬਚਾ ਲਿਆ ਜਾਂਦਾ ਇੱਕ ਹਿਸਾਬ ਦਾ, ਹੈ ਨਾ ਜੀ। ਬੜੀ ਮਤਲਬ ਡਿਸਟਰਬਿੰਗ ਚੀਜ਼ਾਂ ਨੇ ਇਹ। ਕੇਸ ਦੇ ਅੰਦਰ ਵੀ ਐਵੇਂ ਹੀ ਹੋਇਆ ਵੀ ਵਿਜਲ ਨਿਕਲੀ, ਆਪਣੇ ਬੰਦਿਆਂ ਨੇ ਕਿੰਨਾ ਕੁਛ ਕੀਤਾ ਇੱਥੇ, ਵੀ ਪ੍ਰੋਟੈਸਟ ਹੋਇਆ, ਕਾਈਂਡ ਆਫ ਅ ਪ੍ਰੋਟੈਸਟ, ਵਿਜਲ ਸੀਗੀ, ਅਤੇ ਆਪਣੀ ਕਮਿਊਨਿਟੀ ਉਦੋਂ ਵੀ ਇਕੱਠੀ ਹੋਈ। ਬਟ ਕਹਿ ਲਓ ਵੀ ਤਰਾਸਦੀ, ਕਹਿ ਲਓ ਆਪਣੀ ਕੌਮ ਦੀ ਇਹ ਆ ਵੀ ਸਾਨੂੰ ਅਗਲੇ ਦਿਨ ਉੱਠ ਕੇ ਫੇਰ ਦਿਹਾੜੀ 'ਤੇ ਜਾਣਾ ਹੁੰਦਾ, ਅਤੇ ਉਸੇ ਚੱਕਰ 'ਚ ਵੀ ਫਿਰ ਫਰਾਈਡੇ ਨੂੰ ਕੁਛ ਨਾ ਕੁਛ ਐਵੇਂ ਦਾ, ਹਰ ਫਰਾਈਡੇ ਹਰ ਵੀਕਐਂਡ 'ਤੇ ਕੁਛ ਨਾ ਕੁਛ ਚੱਲ ਹੀ ਜਾਂਦਾ। ਜੇ ਤੁਸੀਂ ਸਰਚ ਕਰੋਗੇ ਨਾ ਚੀਜ਼ਾਂ ਦੇ ਉੱਤੇ ਇਸ ਕੇਸ ਦੇ ਰਿਗਾਰਡਿੰਗ, ਤੁਹਾਨੂੰ ਸਿਰਫ ਇੰਨਾ ਪਤਾ ਲੱਗੂਗਾ ਕਿ 2nd ਡਿਗਰੀ ਮਰਡਰ ਚਾਰਜ ਕੀਤਾ ਗਿਆ, ਪਰ ਉਹਦੀ ਸਜ਼ਾ ਕੀ ਹੋਈ ਕਿਸੇ ਨੂੰ ਨਹੀਂ ਪਤਾ। ਕਿਸੇ ਮੀਡੀਆ ਨੇ ਵੀ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਚੀਜ਼ ਨੂੰ, ਕਿ ਔਨਲਾਈਨ ਤੁਹਾਨੂੰ ਕੁਛ ਨਹੀਂ ਲੱਭੂਗਾ। ਬਸ ਉਦੋਂ ਸੀਗਾ, ਉਦੋਂ ਚੱਕਿਆ। ਐਵੇਂ ਸੀਰੀਜ਼ ਨੂੰ ਨਹੀਂ ਨਾ ਚੱਕਦੇ ਕੋਈ,
ਵੀ ਤੁਸੀਂ ਪਿਛਲੇ ਵੀ ਯਾਦ ਰੱਖੋ, ਅਗਲੇ ਵੀ ਯਾਦ ਰੱਖੋ ਵੀ ਕਿਉਂ ਹੋ ਰਹੇ ਨੇ। ਯੂ ਸ਼ੁੱਡ ਬੀ ਕੁਐਸਚਨਿੰਗ ਦ ਗਵਰਨਮੈਂਟ, ਯੂ ਸ਼ੁੱਡ ਬੀ ਕੁਐਸਚਨਿੰਗ ਦੀ ਆਰਗੇਨਾਈਜੇਸ਼ਨ। ਇੱਕ ਪੂਰੇ ਢਾਂਚਾ ਇਹਨੂੰ ਕੁਐਸਚਨ ਕਰੋ ਵੀ ਅਸੀਂ ਇੰਡੀਆ, ਅਸੀਂ ਪਿੱਛੇ ਆਹੀ ਕੁਛ ਛੱਡ ਕੇ ਆਏ ਹਾਂ ਭਰਾਵੋ। ਇੱਥੇ ਵੀ ਸਾਡੇ ਨਾਲ ਆਹੀ ਕੁਛ ਹੋਈ ਜਾਂਦਾ ਹੈ ਨਾ। ਮੈਂ ਕੋਈ ਕੈਨੇਡਾ ਨੂੰ ਭੰਡਣ 'ਤੇ ਨਹੀਂ ਆਇਆ, ਬਟ ਜਿਹੜੀ ਚੀਜ਼ ਇਹ ਆ ਵੀ ਇਹਨੂੰ ਉੱਥੇ ਤੱਕ ਬਚਾਉਣ 'ਤੇ ਹੁਣ ਸਰੀ ਆਪਾਂ ਨੂੰ ਪਤਾ ਕਿੰਨੀ ਪੁਰਾਣੀ ਗੈਂਗ ਵਾਇਲੈਂਸ ਜਿਹੜੀ ਚੱਲਦੀ ਆ, ਜਿਹੜੀ ਉਹ ਬਿੰਦੀ ਜੋਹਲ ਦਸਾਂਝ ਹੋਣੀ ਜਿੰਨੇ ਵੀ ਨੇ ਰਾਈਟ ਨਾਓ ਜਿਹੜੇ ਟਾਈਮ ਆਪਾਂ ਗੱਲ ਕਰ ਰਹੇ ਹਾਂ ਨਾ, ਸਰੀ ਦੇ ਅੰਦਰ ਕੁਛ ਨਾ ਕੁਛ ਹੋ ਰਿਹਾ ਹੋਊਗਾ। ਉੱਥੋਂ ਦੀ ਪੁਲਿਸ ਕੰਟਰੈਕਟ ਵਾਲੀ ਆ, ਪੁਲਿਸ ਦਾ ਜ਼ੋਰ ਨਹੀਂ ਚੱਲਦਾ। ਉਹਦਾ ਕ੍ਰਾਈਮ ਰੇਟ ਹੀ ਬਹੁਤ ਹਾਈ ਆ, ਔਰ ਉੱਥੇ ਜਿਹੜੇ ਆਪਣੇ ਪੁਰਾਣੇ ਆਏ ਹੋਏ ਆ ਉਹਨਾਂ ਦਾ ਦਬਦਬਾ ਬਹੁਤ ਆ ਇਹਨਾਂ ਚੀਜ਼ਾਂ ਦੇ ਵਿੱਚ। ਬਹੁਤ ਜ਼ਿਆਦਾ। ਉਹ ਤਾਂ 70 60s 'ਚ ਆ ਗਏ ਸੀਗੇ, ਅਤੇ ਉਹ ਜਿੰਨੇ ਪੁਰਾਣੇ ਨੇ ਉਹਨਾਂ ਨਾਲ ਸਲੋਲੀ ਉਹ ਇੱਥੋਂ ਦੀ ਮਿੱਟੀ 'ਚ ਰਚਦੇ ਗਏ ਅਤੇ ਆਊਟਕਮ ਆਹੀ ਨਿਕਲਿਆ। ਇਹਦਾ ਮਤਲਬ ਆਪਾਂ ਵੀ ਪ੍ਰੀਪੇਅਰ ਰਹੀਏ। ਜੋ ਆਪਣੇ ਪ੍ਰਭਜੋਤ ਸਿੰਘ ਨਾਲ ਹੋਇਆ, ਜੋ ਆਪਣੇ ਗਾਂ ਬਰੈਂਪਟਨ 'ਚ ਜਿਹੜਾ ਸਿੰਘ ਸੀਗਾ ਉਹਦੇ ਨਾਲ, ਸੂਰਜਦੀਪ ਸਿੰਘ ਨਾਲ ਹੋਇਆ, ਅਤੇ ਗਾਂ ਜਿਹੜੀ ਆਪਾਂ ਗੱਲ ਕਰਨੀ ਆ ਉਹਨਾਂ ਨਾਲ ਜੋ ਹੋਇਆ, ਵੀ ਹੌਲੀ ਹੌਲੀ ਸਕੂਲਸ 'ਚ ਜਾ ਕੇ ਸਾਡੀ ਕੰਡੀਸ਼ਨਿੰਗ ਸਾਡੀ ਵੀ ਐਵੇਂ ਦੀ ਹੋ ਜਾਣੀ ਹੈ। ਜੇ ਆਪਾਂ ਨੂੰ ਟੋਰਾਂਟੋ ਵਾਲਿਆਂ ਨੂੰ ਫਿਊਚਰ ਦੇਖਣਾ ਹੈ ਨਾ, ਫਿਊਚਰ ਦੇਖਣਾ ਤਾਂ ਸਰੀ ਨੂੰ ਦੇਖ ਲਓ। ਸਰੀ ਦੇਖ ਲਓ, ਬਿਲਕੁਲ ਸਹੀ, ਕਿਉਂਕਿ ਉੱਥੇ 3rd ਜਨਰੇਸ਼ਨ ਚੱਲ ਰਹੀ ਹੈ। ਥਰਡ ਜਨਰੇਸ਼ਨ ਹੈ, ਉੱਥੋਂ ਦਾ ਡਰੱਗ ਦੇਖ ਲਓ, ਉੱਥੋਂ ਦਾ ਵਾਇਲੈਂਸ ਦੇਖ ਲਓ। ਹੁਣ ਜਿਵੇਂ ਉਹ ਕਰਨ ਔਜਲੇ ਦੇ ਘਰ ਦੇ ਉੱਤੇ ਸ਼ੂਟਿੰਗ ਕਰ ਦਿੱਤੀ ਗਈ, ਅਤੇ ਹਾਲੇ ਟੋਰਾਂਟੋ ਆਹ ਚੀਜ਼ਾਂ ਨਹੀਂ ਆਈਆਂ ਹੈਗੀਆਂ ਨੇ, ਉਹ ਸਕੇਲ ਦੀਆਂ ਨਹੀਂ ਹੈਗੀਆਂ। ਇੱਥੇ ਕਹਿ ਲਓ ਵੀ ਆਪਣੀ ਇੱਕ ਹਾਲੇ ਪੁਲਿਸ ਦਾ ਸਟਰਕਚਰ ਹੈ ਵੀ ਪੀਲ ਪੁਲਿਸ ਕਰਕੇ ਬਚਿਆ ਹੋਇਆ। ਹੁਣ ਮਿਸਿਸਾਗਾ ਪੁਲਿਸ ਕਹਿ ਰਹੀ ਹੈ ਵੀ ਮਿਸਿਸਾਗਾ ਜਿਹੜੀ ਆਪਣੀ ਟਾਊਨ ਹੈ ਨਾ, ਉਹ ਕਹਿ ਰਹੇ ਨੇ ਵੀ ਅਸੀਂ ਪੀਲ 'ਚੋਂ ਅੱਡ ਹੋਣਾ। ਜਿੱਦਣ ਅੱਡ ਹੋ ਗਏ ਅਤੇ ਪੀਲ 'ਚੋਂ ਜਿੱਦਣ ਅੱਡ ਹੋ ਜਾਂਦਾ ਬਰੈਂਪਟਨ ਕੈਲਡਨ ਰਹਿ ਗਿਆ। ਪੀਲ ਵਾਲਿਆਂ ਦੀ ਸਭ ਤੋਂ ਜ਼ਿਆਦਾ ਡੋਨੇਸ਼ਨ ਆਉਂਦੀ ਆ। ਆਪਣੇ ਬਰੈਂਪਟਨ ਮੋਸਟਲੀ ਟਰੱਕਿੰਗ ਵਾਲੇ ਨੇ, ਉਹ ਟੈਕਸ ਤੋਂ ਗਰੇਜ ਹੀ ਕਰਦੇ ਨੇ। ਬਰੈਂਪਟਨ ਵਾਲੇ ਜਿੰਨੇ ਵੀ ਨੇ ਨਾ, ਟਰੱਕਰ ਹੋ ਗਏ ਕਿੰਨੇ ਵੀ ਨੇ, ਆਪਣੇ ਜਿੰਨਾ ਵੀ ਪੂਲ ਦੇ ਅੰਦਰ ਟੈਕਸ ਪੈਂਦਾ ਪੀਲ ਦੇ ਅੰਦਰ ਸਭ ਤੋਂ ਘੱਟ ਹੈ ਬਰੈਂਪਟਨ ਕੈਲਡਨ ਦਾ। ਸਰਵਿਸਿਜ਼ ਸਭ ਤੋਂ ਜ਼ਿਆਦਾ ਲੱਗਦੀਆਂ ਨੇ ਬਰੈਂਪਟਨ ਅਤੇ ਕੈਲਡਨ ਨੂੰ। ਮਿਸਿਸਾਗਾ ਨੂੰ ਸਭ ਤੋਂ ਘੱਟ ਪੈਸਾ ਜਾਂਦਾ, ਸਭ ਤੋਂ ਜ਼ਿਆਦਾ ਇਨਕਮ ਵੀ ਉਹ ਦਿੰਦੇ ਨੇ। ਅਤੇ ਜਿੱਦਣ ਉਹ ਅੱਡ ਹੋ ਗਏ, ਫਿਰ ਸਰੀ ਦੀ ਤਰ੍ਹਾਂ ਸਾਨੂੰ ਵੀ ਇੱਕ ਕੰਟਰੈਕਟ ਵਾਲੀ ਪੁਲਿਸ ਮਿਲੂਗੀ। ਸਾਡੇ ਉੱਤੇ ਉਹ ਕੰਟਰੈਕਟ ਵਾਲੀ ਪੁਲਿਸ ਦੇ ਉੱਤੇ RCMP ਹੋਊਗੀ, ਅਤੇ RCMP ਹਮੇਸ਼ਾ ਇਹ ਕਹਿ ਦਿੰਦੀ ਵੀ ਡੋਂਟ ਹੈਵ ਮਚ ਰਿਸੋਰਸਿਸ। ਸਕੂਲਾਂ ਦੇ ਅੰਦਰ ਡਰੱਗ ਖੁੱਲ੍ਹਾ ਚੱਲਦਾ। ਈਵਨ ਖੁੱਲ੍ਹਾ ਸਕੂਲਾਂ 'ਚ ਕੀ, ਹੁਣ ਤਾਂ ਗੌਰਮੈਂਟ ਆਪ ਇੰਨਾ ਕਰ ਰਹੀ ਹੈ ਕਿ ਹਰ ਮੋੜ, ਤੁਹਾਨੂੰ ਹਰ ਇੰਟਰਸੈਕਸ਼ਨ 'ਤੇ ਟਿਮ ਹੌਰਟਨ ਦਿਖੇ ਨਾ ਦਿਖੇ, ਪਰ ਤੁਹਾਨੂੰ ਡਰੱਗ ਸਟੋਰ ਕਈ ਦਿਖ ਜਾਣੇ ਆ। ਮਿਸਿਸਾਗਾ ਨੇ ਅਲਾਓ ਨਹੀਂ ਨਾ ਕੀਤਾ, ਹੁਣ ਕਰਤਾ। ਓਕਵਿਲ ਨੇ ਵੀ ਬੈਨ ਕੀਤਾ ਹੋਇਆ ਸੀਗਾ ਵੀ ਮੈਂ ਨਹੀਂ ਕਰਨਾ। ਓਕਵਿਲ ਨੇ ਹੁਣ ਹਾਲੇ ਤੱਕ ਵੀ ਅਲਾਓ ਨਹੀਂ ਕੀਤਾ ਵੀ ਮੈਂ ਆਪਣੇ ਕੈਨੇਬਿਸ ਸਟੋਰ ਖੁੱਲ੍ਹਣ ਦੂੰਗਾ। ਅਤੇ ਬਰੈਂਪਟਨ ਦੇ ਅੰਦਰ ਕਿਵੇਂ ਨੇ, ਸਭ ਤੋਂ ਪਹਿਲਾਂ ਕੈਨੇਬਿਸ ਸਟੋਰ ਐਂਡ ਹਰ ਦੂਜੇ ਪਲਾਜ਼ੇ ਦੇ ਵਿੱਚ, ਹਰ ਦੂਜੇ ਪਲਾਜ਼ੇ ਦੇ ਅੰਦਰ ਮੈਨੂੰ ਲੱਗਦਾ ਜੇ ਗਿਣ ਚਾਹੀਏ ਟਿਮ ਹੌਰਟਨ ਨੂੰ ਟੱਕਰ ਦੇ ਜਾਣੀ ਹੈ ਕੈਨੇਬਿਸ ਸਟੋਰੀ। ਚਲੋ ਮੈਂ ਇੱਕ ਗੱਲ ਇਹਦੇ 'ਤੇ ਕਹੂੰਗਾ, ਕੈਨੇਬਿਸ ਸਟੋਰ ਤੁਸੀਂ ਜੇ ਰੈਕਡ ਕਢਾ ਸਕਦੇ ਹੋ ਨਾ, ਕੈਨੇਬਿਸ ਸਟੋਰ ਕਿਹਨਾਂ ਦੇ ਨੇ ਬਰੈਂਪਟਨ ਦੇ ਅੰਦਰ। ਆਪਾਂ ਦੇਸੀ ਹਾਂ, ਆਪਾਂ ਕੰਪਲੇਂਟ ਕਰੀ ਜਾਂਦੇ ਹਾਂ। ਓਨ ਪਤਾ 60 to 70% ਕਿਹਨਾਂ ਨੇ ਕੀਤਾ, ਦੇਸੀਆਂ ਨੇ। ਕੈਨੇਬਿਸ ਸਟੋਰ ਜਿਹੜੇ ਬਰੈਂਪਟਨ ਦੇ ਅੰਦਰ ਹੈ, ਸੋ ਆਪਣੇ ਹੀ ਆਪਣੀਆਂ ਜੜ੍ਹਾਂ ਵੱਢਣ 'ਤੇ ਆਏ ਹੋਏ ਨੇ ਫॉर ਦ ਮਨੀ, ਵੀ ਪੈਸਾ ਬਣਦਾ। ਤੁਸੀਂ ਰੀਅਲ ਸਟੇਟ ਦੇ ਅੰਦਰ ਜੋ ਫਲਿੱਪ ਕਰਨੀ ਹੈ ਕਰੋ, ਉਹ ਨੁਕਸਾਨ ਉਹ ਪੈਸਾ ਬਣਦਾ ਬਣ ਜੂਗਾ, ਕੋਈ ਚੱਕਰ ਨਹੀਂ, ਉਹ ਨੁਕਸਾਨ ਚੱਲਿਆ ਜਾਣਾ। ਤੁਸੀਂ ਕੋਈ ਵੀ ਹੋਰ ਚਲਾਕੀ ਕਰਨੀ ਹੈ ਕਰੋ, ਮਤਲਬ ਜਿਸ ਵੀ ਫੀਲਡ ਦੇ ਅੰਦਰ ਆਪਣੇ ਕਰਦੇ ਨੇ ਨਾ ਚਲਾਕੀਆਂ ਕਰ ਲਓ। ਪਰ ਆਹ ਜਿਹੜੀਆਂ ਚਲਾਕੀਆਂ ਨੇ ਨਾ, ਡਰੱਗ ਨੂੰ ਜੋ ਆਪਾਂ ਕੱਢ ਰਹੇ ਹਾਂ ਵੀ ਲੈ ਕੇ ਆ ਰਹੇ ਹਾਂ ਵੀ ਕੁਛ ਨਹੀਂ ਹੁੰਦਾ, ਵੀ ਸਟੋਰ ਹੀ ਆ, ਗਵਰਨਮੈਂਟ ਨੇ ਲੀਗਲ ਕੀਤੀ ਹੋਈ ਹੈ। ਹੁਣ ਲੀਗਲ ਤਾਂ ਗਵਰਨਮੈਂਟ ਨੇ ਉਹ ਵੀ ਕਰਤੀ, ਮੈਥਨ ਹੈਰੋਇਨ ਸਰੀ ਉਹ ਵੀ ਕਰਤੀ ਆ, ਕਿਉਂਕਿ 2 ਗ੍ਰਾਮ ਤੱਕ ਆਪਾਂ ਉਹ ਵੀ ਰੱਖ ਸਕਦੇ ਹਾਂ। ਦੈਨ ਉਹਦੀ ਸਟੋਰ ਖੁੱਲ੍ਹ ਗਈ। ਐਕਸਪਲੇਨੇਸ਼ਨ ਤਾਂ ਇਹੀ ਦਿੱਤੀ ਜਾਂਦੀ ਹੈ ਨਾ ਵੀ ਇਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਮੈਡੀਕਲੀ ਲੋੜ ਹੈ, ਗਲਤ ਨਾ ਲੈਣ, ਫੈਂਟਾਨਲ ਪਾ ਕੇ ਨਾ ਲੈ ਲੈਣ। ਪਰ ਜਦੋਂ ਮੰਨ ਲਓ ਵੀ ਕਿਵੇਂ ਨਾ ਕਿਵੇਂ ਇਹਦੀ ਜਦੋਂ ਇਹਦਾ ਇੱਕ ਸਰਕੂਲੇਸ਼ਨ ਬਣ ਕੇ ਬੱਚਿਆਂ ਤੱਕ ਪਹੁੰਚ ਗਿਆ, ਫਿਰ ਔਰ ਇਹੀ ਚੀਜ਼ਾਂ ਨਸ਼ੇ ਲਈ ਜਾਂ ਨਸ਼ੇ ਵਿੱਚ ਹੀ ਕਰਦੇ ਨੇ, ਮਰਡਰ ਵੱਲ ਜਾਂਦੀਆਂ ਨੇ ਇਹ ਚੀਜ਼ਾਂ। ਕਿਤੇ ਨਾ ਕਿਤੇ ਇਹਨਾਂ ਦਾ ਬਹੁਤ ਵੱਡਾ ਰਿਲੇਸ਼ਨ ਆ ਨਸ਼ਿਆਂ ਦਾ। ਹੁਣ ਜਿਹੜਾ ਇੱਥੇ ਆਪਣੇ ਆ ਸੂਰਜਦੀਪ ਸਿੰਘ ਦਾ ਹੋਇਆ, ਇਹਦੇ ਪਿੱਛੇ ਕੀ ਰੀਜ਼ਨ ਹੋਊਗਾ? ਯਾਰ ਓਬਵੀਅਸਲੀ ਮੈਨੂੰ ਤਾਂ ਆਪ ਇਹੀ ਫੀਲ ਹੁੰਦਾ ਕਿ 16 ਸਾਲ ਦੇ ਕਿਹੜੇ ਬੱਚੇ ਨੂੰ ਐਵੇਂ ਦੀ ਕਿਹੜੀ ਪੋਜੈਸ਼ਨ ਚਾਹੀਦੀ ਹੋਊਗੀ ਵੀ ਜਿਹਦੇ ਲਈ ਉਹ ਮਰਡਰ ਤਾਂ ਕਰ ਰਿਹਾ? ਕੋਈ ਰੀਜ਼ਨ ਤਾਂ ਹੋਊਗਾ। ਐਂਡ ਉਹੀ ਚੀਜ਼ ਹੋਣੀ ਜਿਹੜੀ ਘਰੋਂ ਅਲਾਓ ਨਹੀਂ ਹੋਣੀ, ਉਹ ਡਰੱਗ ਹੀ ਨੇ। ਸਕੂਲ 'ਚ ਜਾਂਦਾ ਬੱਚਾ ਹੋਣਾ, ਕੱਲ੍ਹ ਨੂੰ ਆਪਣੇ ਬੱਚੇ ਹੋਣਗੇ, ਆਪਣੇ ਬੱਚੇ ਵੀ ਸਕੂਲ ਜਾਣਗੇ। ਜਦੋਂ ਤੁਸੀਂ ਇਮੈਜਿਨ ਕਰਕੇ ਦੇਖੋ ਵੀ ਉਹ 16 ਸਾਲ ਦੇ ਐਵੇਂ ਦੇ ਪਤਾ ਹੀ ਨਹੀਂ ਕਿੰਨੇ ਬੱਚੇ ਹੋਣਗੇ ਜਿਨ੍ਹਾਂ ਦੀ ਮੈਂਟੈਲਿਟੀ ਐਵੇਂ ਦੀ ਆ, ਅਤੇ ਉਹ ਸਾਡੇ ਬੱਚਿਆਂ ਦੇ ਨਾਲ ਪੜ੍ਹਦੇ ਹੋਣਗੇ। ਇਜ਼ ਦਿਸ ਵਾਟ ਵੀ ਵਾਂਟਡ?
ਪੰਜਾਬ ਦੇ ਅੰਦਰ ਆਪਾਂ ਪੜ੍ਹੇ ਹੋਏ ਹਾਂ, ਇੰਡੀਆ ਦੇ ਅੰਦਰ ਦਿੱਲੀ NCR ਜਿੱਥੋਂ ਵੀ ਆਏ ਹਾਂ, ਗੁਜਰਾਤ ਤੋਂ ਆਪਾਂ ਪੜ੍ਹੇ ਹੋਏ ਹਾਂ, ਸਾਡੇ ਸਕੂਲਾਂ ਦੇ ਅੰਦਰ ਕੋਈ ਵੀ ਮਰਡਰ ਹੈਗਾ ਸੀਗਾ? ਕੀ ਪ੍ਰਪੋਰਸ਼ਨ ਸੀਗੀ? ਇੱਥੇ ਕਿੰਨੀ ਆ? ਮੈਂ ਅਗੇਨ ਮੇਰਾ ਕੋਈ ਮਕਸਦ ਇਹ ਨਹੀਂ ਹੈ ਵੀ ਮੈਂ ਕੈਨੇਡਾ 'ਚ ਬਹਿ ਕੇ ਕੈਨੇਡਾ ਨੂੰ ਭੰਡ ਰਿਹਾ, ਬਟ ਜੇ ਇਹ ਸਵਾਲ ਅਸੀਂ ਨਹੀਂ ਚੱਕਾਂਗੇ ਤਾਂ ਕੌਣ ਚੱਕੂਗਾ? ਇਹ ਗੱਲ ਸੋਚਣ ਵਾਲੀ ਵੀ ਹੈਗੀ ਆ, ਕਿਉਂਕਿ ਇਹ ਮਰਡਰ ਇਹ ਐਵੇਂ ਇਗਨੋਰ ਨਹੀਂ ਕੀਤੇ ਜਾ ਸਕਦੇ। ਇਹ ਤੁਸੀਂ ਇਗਨੋਰ ਕਰੋਗੇ, ਕੱਲ੍ਹ ਚੀਜ਼ਾਂ ਤੁਹਾਡੇ 'ਤੇ ਵੀ ਆਉਣੀਆਂ ਨੇ, ਕੱਲ੍ਹ ਤੁਹਾਡੇ ਬੱਚੇ ਵੀ ਇੱਥੇ ਗਰੋ ਅਪ ਕਰਨੇ ਆ। ਇਹ ਤਾਂ ਮੈਂ ਜੋ ਫੀਲ ਕਰਦਾ ਨਾ ਇੱਥੇ ਕਿ ਇਹਨਾਂ ਨੂੰ ਲਾਅ ਹੋਰ ਸਟ੍ਰਿਕਟ ਕਰਨੇ ਚਾਹੀਦੇ ਆ, ਥੋੜ੍ਹਾ ਜਿਹਾ ਇਹਨਾਂ ਨੂੰ ਰੂਲਸ ਰੈਗੂਲੇਸ਼ਨ ਨੂੰ ਥੋੜ੍ਹਾ ਹੋਰ ਸਟ੍ਰਿਕਟ ਕਰਕੇ ਇੰਪਲੀਮੈਂਟ ਕਰਨਾ ਚਾਹੀਦਾ, ਨਹੀਂ ਤਾਂ ਇਹ ਬਹੁਤ ਜ਼ਿਆਦਾ ਚੀਜ਼ਾਂ ਅੱਗੇ ਤੱਕ ਜਾਣਗੀਆਂ। ਕਿਵੇਂ ਨਾ ਕਿਵੇਂ ਨਾ ਮੈਂ ਇਸ ਗੱਲ ਨੂੰ ਬਿਲਕੁਲ ਮੰਨਦਾ, ਬੜੀ ਵਧੀਆ ਗੱਲ ਕਹੀ, ਲਾਅ ਸਟ੍ਰਿਕਟ ਹੋਣੇ ਚਾਹੀਦੇ ਆ, ਕਿਉਂਕਿ ਜਦੋਂ ਵੀ ਕਿਸੇ ਕੰਟਰੀ ਦੇ ਅੰਦਰ ਇਮੀਗ੍ਰੇਸ਼ਨ ਖੁੱਲ੍ਹਦੀ ਆ ਨਾ, ਉਸ ਕੰਟਰੀ ਦੇ ਅੰਦਰ ਸਿਰਫ ਜਹਾਜ਼ਾਂ ਦੀ ਪਾਪੂਲੇਸ਼ਨ, ਲੋਕਾਂ ਦੀ ਪਾਪੂਲੇਸ਼ਨ ਨਹੀਂ ਵੱਧਦੀ, ਉਸ ਕੰਟਰੀ ਦੇ ਅੰਦਰ ਟ੍ਰੈਫਿਕ ਵਧੂਗਾ, ਉਸ ਕੰਟਰੀ ਦੇ ਅੰਦਰ ਹੌਸਪੀਟਲਾਂ ਦੀ ਲੋੜ ਵਧੂਗੀ, ਉਸ ਕੰਟਰੀ ਦੇ ਅੰਦਰ ਤੁਹਾਨੂੰ ਸਕੂਲਸ ਜ਼ਿਆਦਾ ਚਾਹੀਦੇ ਹੋਣਗੇ, ਮਤਲਬ ਜੋ ਵੀ ਚੀਜ਼ਾਂ ਨੇ, ਬੈਂਕਸ ਜ਼ਿਆਦਾ, ਘਰ ਜ਼ਿਆਦਾ, ਬੇਸਿਕ ਚੀਜ਼ਾਂ ਨੇ, ਰੋਟੀ ਕੱਪੜਾ ਔਰ ਮਕਾਨ, ਗਰੋਸਰੀ ਵੀ ਚਾਹੀਦੀ ਹੈ, ਫੂਡ ਚਾਹੀਦਾ, ਫੂਡ ਸਪਲਾਈ ਚਾਹੀਦੀ ਹੈ, ਕੱਪੜੇ ਚਾਹੀਦੇ ਆ, ਬਿਜ਼ਨਸ, ਸਾਰਾ ਕੁਛ ਇਵੋਲਵ ਹੁੰਦਾ। ਜਿੱਥੇ ਜਿੱਥੇ ਚੰਗੀਆਂ ਚੀਜ਼ਾਂ ਤਾਂ ਨੂੰ ਜਾਣਗੀਆਂ ਨਾ, ਉੱਥੇ ਕੀ ਵਧੂਗਾ? ਕ੍ਰਾਈਮ। ਓਬਵੀਅਸਲੀ ਉੱਥੇ ਕ੍ਰਾਈਮ ਵੀ ਵਧੂਗਾ। ਕ੍ਰਾਈਮ ਸਟਰਕਚਰ ਦੇ ਲਈ ਹਾਲੇ ਮੈਂ ਕਹੂੰਗਾ ਵੀ ਸਾਡੇ ਜਿਹੜੇ ਪੀਲ ਵਾਲੇ ਨੇ, ਹੈਟਸ ਆਫ ਟੂ ਦੈਮ, ਬਹੁਤ ਵਧੀਆ ਕੰਮ ਕਰ ਰਹੇ ਨੇ। ਪੀਲ ਦੀ ਪ੍ਰਾਊਡਲੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਪੀਲ ਦੀ ਆਪਣੀ ਚੇਅਰ ਰੌਣ ਚੱਠਾ ਪੰਜਾਬੀ ਬੰਦਾ, ਪੀਲ ਦਾ ਰੌਣ ਚੱਠਾ ਹੈਗਾ ਪੰਜਾਬੀ ਬੰਦਾ, ਐਂਡ ਬਹੁਤ ਵਧੀਆ ਕੰਮ ਵੀ ਕੀਤਾ ਉਹਨਾਂ ਨੇ, ਕਿ ਸਾਰਾ ਪੀਲ ਪੁਲਿਸ ਨੂੰ ਵੀ ਉਹਨਾਂ ਨੇ ਕਾਫੀ ਦੇਖਿਆ, ਚੀਜ਼ਾਂ ਨੂੰ ਕੀਤਾ ਆ। ਬਿਲਕੁਲ, ਉਹਨਾਂ ਸਾਰਿਆਂ ਦੀ ਹੁੰਦਾ ਤਾਂ ਕਲੈਕਟਿਵ ਐਫਰਟ ਹੀ ਆ, ਬਟ ਦੇ ਆਰ ਡੂਇੰਗ ਵੀ, ਜਿੱਦਾਂ ਹੁਣ ਗੱਡੀਆਂ ਦਾ ਇਸ਼ੂ ਆਇਆ ਅਤੇ ਉਹਨਾਂ ਨੇ ਕਿੰਨਾ ਤਗੜਾ, ਜਦੋਂ ਡਰੱਗ ਬਸਟ ਕਰਦੇ ਨੇ ਅਤੇ ਫਰੈਂਡਸ ਵਾਲੇ ਉਹਨਾਂ ਪਰਾਂ ਕਿੰਨੇ ਜਾਣੇ ਫੜੇ ਜਾਂਦੇ ਨੇ ਬਾਰਡਰਾਂ 'ਤੇ, ਉਹਨਾਂ ਪਰਾਂ ਕੰਮ ਕਰਦੇ ਨੇ, ਤਾਂ ਹੀ ਆਪਾਂ ਵੀ ਆਵਾਜ਼ ਚੱਕ ਰਹੇ ਹਾਂ। ਇਹ ਆਵਾਜ਼ ਨੂੰ ਹੋਰ ਸਾਊਂਡ ਕਰਨਾ ਸਾਡੀ ਤਾਂ ਕਿੰਨੀ ਕੁ ਰੀਚ ਹੈ, ਬਟ ਜਿੰਨੀ ਵੀ ਹੈ ਅਸੀਂ ਉਹਨਾਂ ਤੱਕ ਸੁਣਾਵਾਂਗੇ। ਜੋ ਵੀ ਸੁਣ ਰਿਹਾ ਇਸ ਆਵਾਜ਼ ਨੂੰ ਇੰਨਾ ਰੱਖਣਾ ਵੀ ਜਿੱਦਣ ਲੋੜ ਹੈ, ਵੀ ਹੈਵ ਟੂ ਯੂਨਾਈਟ ਫॉर ਆਰ ਓਨ ਸੈਲਫਿਸ਼ ਬਣਨਾ ਪੈਣਾ। ਸੋ ਜਿਹੜਾ ਨੋਵਾ ਸਕੋਸ਼ੀਆ 'ਚ ਕੇਸ ਸੀਗਾ, ਉਹਦੇ 'ਚ 9 ਸਾਲ ਦੀ ਸਜ਼ਾ ਹੋਈ, ਜੋ ਕਿ ਬਹੁਤ ਘੱਟ ਆ। ਉਸ ਤੋਂ ਬਾਅਦ ਜਿਹੜਾ ਕੇਸ ਹੋਇਆ ਬਰੈਂਪਟਨ ਦੇ ਵਿੱਚ, ਇਹਦੇ 'ਚ ਤਾਂ ਸਜ਼ਾ ਹੋਈ ਨਹੀਂ ਹੋਈ ਪਤਾ ਵੀ ਨਹੀਂ ਗਾ, ਬਟ ਹਾਂ ਕਹਿੰਦੇ ਆ ਕਿ ਸੈਕੰਡ ਡਿਗਰੀ ਮਰਡਰ ਕੇਸ ਲਈ ਚਾਰਜ ਕੀਤਾ, ਸਜ਼ਾ ਹੋਈ ਹੋਣੀ, ਬਟ ਅੰਡਰ ਮਾਈਨਰ ਟਰੀਟ ਕੀਤਾ ਗਿਆ। ਬਟ ਇੱਥੇ ਕਈ ਐਸੇ ਕੇਸ ਨੇ ਜਿਨ੍ਹਾਂ ਦਾ ਤਾਂ ਪਤਾ ਵੀ ਨਹੀਂ ਗਾ ਆਪਾਂ ਨੂੰ, ਬੰਦਾ ਵੀ ਫੜਿਆ ਗਿਆ ਕਿ ਨਹੀਂ ਗਿਆ, ਸਜ਼ਾ ਹੋਈ ਵੀ ਹੈ ਕਿ ਨਹੀਂ ਹੋਈ। ਜੇ ਸਜ਼ਾ ਹੋਈ ਵੀ ਆ ਤਾਂ ਕਿਹੜੇ ਬਹਾਨੇ ਲਾ ਕੇ ਲੋਕ ਛੁੱਟ ਜਾਂਦੇ ਨੇ। ਅਤੇ ਆਪਣੇ ਲੋਕ ਤਾਂ ਨਾ ਇਸ ਚੀਜ਼ ਨੂੰ ਐਵੇਂ ਐਕਸਪਲੇਨ ਕਰ ਦਿੰਦੇ ਨੇ ਵੀ ਜੇ ਤੁਸੀਂ ਸਹੀ ਹੋ ਨਾ, ਓਲਡ ਸਕੂਲ ਸੋਚ ਹੈ ਬੜੇ ਤਰੀਕੇ ਦੀ ਨਾ, ਵੀ ਜੇ ਤੁਸੀਂ ਸਹੀ ਹੋ ਅਤੇ ਕ੍ਰਾਈਮ ਤੁਹਾਡੇ ਤੱਕ ਨਹੀਂ ਆਊਗਾ। ਇਹ ਸਿਰਫ ਉਹਨਾਂ ਲੋਕਾਂ 'ਚ ਹੀ, ਲੋਕਾਂ ਦੇ ਲਾਗੇ ਆਉਂਦਾ ਵੀ ਜਿਨ੍ਹਾਂ ਨੇ ਕਿਵੇਂ ਨਾ ਕਿਵੇਂ ਕੋਈ ਆਪ ਇਸ ਸਰਕਲ ਦੇ ਅੰਦਰ ਪਏ ਹੋਣ। ਵੀ ਜਿਵੇਂ ਲਾ ਲਓ ਹੁਣ ਦੋਵੇਂ ਮੁੰਡੇ, ਕਈ ਕਹਿ ਦਿੰਦੇ ਨੇ ਸਾਨੂੰ ਕੀ ਪਤਾ ਉਹ ਕੀ ਕਰੀ ਜਾਂਦੇ ਸੀਗੇ, ਉਹਨਾਂ ਨੂੰ ਹੀ ਕਿਉਂ ਮਾਰਿਆ, ਸਟੈਬ ਕੀਤਾ। ਜਦੋਂ ਆਹ ਮਰਡਰ ਹੋਇਆ ਸੀ ਨਾ, ਸਟਾਰਟਿੰਗ 'ਚ ਲੋਕਾਂ ਨੇ ਇਹ ਵੀ ਗੱਲ ਕੀਤੀ ਸੀ ਵੀ ਸਾਨੂੰ ਕੀ ਪਤਾ ਉਹ ਬੰਦੇ ਨੇ ਕੀ ਕੀਤਾ। ਐਗਜ਼ੈਕਟਲੀ, ਜਿਹੜਾ ਨੋਵਾ ਸਕੋਸ਼ੀਆ ਵਾਲਾ ਸੀ ਉਹ 'ਚ ਕਹਿੰਦੇ ਸੀਗੇ ਕਿ ਉਹ ਮੁੰਡੇ ਦੀ ਕਾਰ ਪਾਰਕਿੰਗ ਪਿੱਛੇ ਕਿਸੇ ਨਾਲ ਲੜਾਈ ਹੋਈ ਸੀ, ਪਰ ਉਹ ਬਟ ਜਿਹੜਾ ਬੰਦਾ ਗਿਲਟੀ ਪਲੀਡ ਕੀਤਾ, ਉਸ ਬੰਦੇ ਨੇ ਇਹ ਗੱਲ ਆਖੀ ਹੈ ਕਿ ਸਾਡੀ ਕੋਈ ਲੜਾਈ ਨਹੀਂ ਹੋਈ ਸੀਗੀ। ਅਸਲ ਮੈਨੂੰ ਤਾਂ ਕਹਿੰਦਾ ਮੈਂ ਜਾਣਦਾ ਵੀ ਨਹੀਂ ਸੀ ਉਸ ਬੰਦੇ ਨੂੰ ਜਿਹਦਾ ਮੈਂ ਮਰਡਰ ਕੀਤਾ ਆ। ਅਤੇ ਉਹਨੇ ਕਹਿੰਦਾ ਕੋਰਟ ਦੇ ਵਿੱਚ ਉਹਨੇ ਗੱਲਾਂ ਆਖੀਆਂ ਨੇ ਕਿ ਮੈਂ ਆਪਣੀ ਗਲਤੀ ਦਾ ਪਛਤਾਵਾ ਕਰਦਾ ਹਾਂ, ਅਤੇ ਨਾ ਕੋਈ ਮੈਂ ਇਹ ਮਰਡਰ ਹੇਟ ਲਈ ਕੀਤਾ, ਨਾ ਮੈਂ ਕੋਈ ਰੇਸਿਜ਼ਮ ਲਈ ਕੀਤਾ, ਬਸ ਮੈਨੂੰ ਪਤਾ ਹੀ ਨਹੀਂ ਮੈਂ ਕਿਉਂ ਕਰਤਾ। ਉਹਨੇ ਤਾਂ ਇਹ ਵੀ ਕਿਹਾ ਨਾ, ਆਂਦਾ ਜੇ ਮੈਨੂੰ ਮੌਕਾ ਮਿਲਿਆ ਨਾ, ਮੈਂ ਜੇ ਹੋ ਸਕਿਆ ਜੇ ਮੈਨੂੰ ਵਾਪਸ ਉਸ ਸਿਚੁਏਸ਼ਨ 'ਚ ਪਹੁੰਚਾਂ ਮੈਂ, ਅਤੇ ਮੈਂ ਇਹ ਕੰਮ ਕਦੇ ਨਾ ਕਰਾਂ। ਤੂੰ ਆਲਰੇਡੀ ਕਰ ਚੁੱਕਿਆ। ਉਹੀ ਮੈਂ ਤੈਨੂੰ ਪਹਿਲਾਂ ਕਿਹਾ ਨਾ ਵੀ ਬਾਹਰ ਜਾਓ, ਕਿਸੇ ਨੂੰ ਮਾਰ ਦਿਓ, ਸੇਮ ਲਾਈਨਾਂ ਰਿਪੀਟ ਕਰ ਦਿਓ, ਇੱਕ ਵਧੀਆ ਲਾਇਰ ਲਓ। ਵੀ ਜਿਵੇਂ ਹੁਣ ਮੇਰੀ ਕਿਸੇ ਨਾਲ ਲੜਾਈ ਹੈ, ਮੈਂ ਤੈਨੂੰ ਆਖਾਂ ਅਮਨ ਜਾ ਯਾਰ ਫਲਾਣੇ ਬੰਦੇ ਨੂੰ ਚੱਕ ਦੇ, ਅਤੇ ਤੂੰ ਜਾ ਕੇ ਆਹੀ ਗੱਲਾਂ ਕਰ ਦੇ। ਤੂੰ ਮੇਰਾ ਬ੍ਰਦਰ ਨਾ ਹੋਵੇਂ, ਤੂੰ ਅਨਨੋਨ ਹੋਵੇਂ, ਐਕਸਪਲੇਨਡ ਹੈ, 9 ਸਾਲ ਲਈ ਮੈਂ ਤੇਰਾ ਸਾਂਭ ਲੂੰਗਾ। ਵੀ ਕਿੰਨਾ ਈਜ਼ੀ ਹੈ ਕੈਨੇਡਾ ਦਾ ਲਾਅ, ਲੂਪ ਹੋਲ ਹੀ ਹੈ ਕਿੰਨਾ ਵੱਡਾ, ਬਹੁਤ ਵੱਡਾ ਲੂਪ ਹੋਲ ਆ। ਕਿਸੇ ਦੀ ਜਾਨ ਦੀ ਕੀਮਤ ਕੋਰਟ ਕੇਸਾਂ ਦੇ ਵਿੱਚੋਂ ਨਿਕਲ ਕੇ ਕੁਛ ਵੀ ਨਹੀਂ ਆ। ਅਸੀਂ ਨਹੀਂ ਕਹਿੰਦੇ ਵੀ ਉਹਨੂੰ ਡੈਥ ਪੈਨਲਟੀ ਦਿਓ। ਅਗੇਨ ਵੀ ਆਰ ਨਾਟ ਸੈਡਿਸਟ, ਵੀ ਆਰ ਨਾਟ ਬੀਇੰਗ ਸੈਡਿਸਟ ਕਿ ਸਾਨੂੰ ਉਹ ਮਰਦਾ ਦੇਖਣਾ ਚਾਹੀਦਾ। ਸਾਨੂੰ ਐਵੇਂ ਦਾ ਲਾਅ ਚਾਹੀਦਾ ਵੀ ਉਹਦੇ ਨਾਲ, ਉਹ ਬੰਦੇ ਨਾਲ ਐਵੇਂ ਦਾ ਹੋਵੇ ਕਿ ਅਗਲੀ ਵਾਰੀ ਕੋਈ ਉਹ ਚੀਜ਼ ਕਰਨ ਤੋਂ ਪਹਿਲਾਂ ਸੋਚੇ। ਅਤੇ ਉੱਥੇ ਜਿੱਥੇ ਆਪਣੇ ਜੇ ਲਾਅ ਦੀ ਗੱਲ ਕਰੀਏ ਆਪਾਂ, ਅਤੇ ਲਾਅ ਹੀ ਸੀਗਾ ਜਿਹੜਾ ਆਪਣੇ ਉਹ ਬੇਲੀ ਦਾ ਮੈਨੂੰ ਫਸਟ ਨਾਂ ਨਹੀਂ ਪਤਾ, ਉਹਨਾਂ ਦਾ ਮੈਨੂੰ ਫਸਟ ਨਾਂ ਨਹੀਂ ਪਤਾ, ਅਤੇ ਸਿੱਧੂ ਸੀਗੇ ਟਰੱਕਰ
ਜਿਨ੍ਹਾਂ ਨੇ ਇੱਕ ਸਕੂਲ ਬੱਸ ਦੇ ਅੰਦਰ ਆਪਣਾ ਟਰੱਕ ਮਾਰਿਆ, ਉਹਨਾਂ ਨੇ ਸਟਾਪ ਸਾਈਨ ਨਹੀਂ ਲਏ ਸੀਗੇ, ਕਿੰਨੇ ਰੈਕਲੈਸ ਡਰਾਈਵਿੰਗ ਦੇ ਅੰਦਰ ਜਾਂਦੇ ਜਾਂਦੇ ਆਹ ਕੰਮ ਕਰਤਾ। ਪਰ ਉਹਨਾਂ ਦਾ ਜਿਹੜਾ 9-10 ਸਾਲ ਦੀ ਸਜ਼ਾ ਸੀਗੀ, ਸਜ਼ਾ ਉਹਨਾਂ ਨੂੰ ਵੀ ਬਰਾਬਰ ਮਿਲੀ। ਇੱਕ ਜਿਹਨੇ ਸਟੈਬ ਕੀਤਾ, ਇੱਕ ਜਿਹਦੇ ਤੋਂ ਟਰੱਕ, ਉਹਦੀ ਆਪਦੀ ਵੀ ਗਲਤੀ ਸੀ ਵੀ ਉਹਨੇ ਸਟਾਪ ਸਾਈਨ ਨਹੀਂ ਲਏ। ਉਹਨੇ ਆਪਣੇ, ਮੈਂ ਨਾ ਇਨ ਹਿਜ਼ ਵਰਸਟ ਆਫ ਦਾ ਡਰੀਮ ਉਹਨੇ ਇਹ ਨਹੀਂ ਸੋਚਿਆ ਹੋਣਾ ਵੀ ਮੂਹਰੇ ਐਵੇਂ ਬੱਚਿਆਂ ਦੀ ਬੱਸ ਆ ਜਾਊਗੀ। ਮੈਂ ਕਹਿੰਦਾ ਅੱਜ ਹਰ ਬੰਦੇ ਨੂੰ ਜਿਹੜਾ ਟਰੱਕਿੰਗ ਦਾ ਲਾਇਸੈਂਸ ਲੈਂਦਾ ਹੈ ਨਾ, ਉਹਨੂੰ ਉਹ ਕੇਸ ਤੋਂ ਪਹਿਲੀ ਗੱਲ ਤਾਂ ਉਹ ਹਰ ਕਿਸੇ ਨੇ ਸੁਣਿਆ, ਹਰ ਕਿਸੇ ਨੂੰ ਪਤਾ ਵੀ ਜੇ ਮੈਂ ਐਵੇਂ ਰੈਕਲੈਸ ਡਰਾਈਵਿੰਗ ਕਰੂੰਗਾ ਤਾਂ ਮੇਰੇ ਨਾਲ ਆਹੀ ਹੋਊਗਾ। ਪਰ ਇੱਕ ਗੱਲ ਤੁਸੀਂ ਮੈਨੂੰ ਦੱਸੋ, ਆਪਾਂ ਸਾਰੇ ਰੈਕਲੈਸ ਡਰਾਈਵਿੰਗ ਕਦੇ ਨਾ ਕਦੇ ਕਰਦੇ ਨਹੀਂ? ਕਰਦੇ, ਬਿਲਕੁਲ ਕਰਦੇ ਹਾਂ। ਆਪਾਂ ਸਟਾਪ ਸਾਈਨ ਨਹੀਂ ਟੱਪਦੇ, ਆਪਾਂ ਓਵਰ ਸਪੀਡ ਨਹੀਂ ਹੁੰਦੇ। ਉਹੀ ਉਹ ਕਮਰਸ਼ੀਅਲ ਬੰਦੇ ਦੀ ਬਹੁਤ ਹਾਈ ਇੱਕ ਉਹਦਾ ਹੋਣਾ ਚਾਹੀਦਾ ਇੰਟੈਲੀਜੈਂਸ ਲੈਵਲ, ਕਿਉਂਕਿ ਰੋਡ ਦੇ ਅੰਦਰ ਜਿਹਦੇ ਕੋਲ ਕਮਰਸ਼ੀਅਲ ਲਾਇਸੈਂਸ ਹੈ ਨਾ, ਉਹਦਾ ਸਭ ਤੋਂ ਹਾਈ IQ ਹੋਣਾ ਚਾਹੀਦਾ ਡਰਾਈਵਿੰਗ ਦੇ ਮਾਮਲੇ 'ਚ, ਵੀ ਅੱਗੇ ਕੀ ਹੋ ਸਕਦਾ, ਅੱਗੇ ਕੀ ਨਹੀਂ ਹੋ ਸਕਦਾ। ਉਹਦੇ 'ਚੋਂ ਲੈਕ ਕੀਤਾ। ਪਰ ਹੈਰਾਨੀ ਦੀ ਗੱਲ ਹੈ, ਉਹਨੂੰ ਵੀ ਉਹੀ ਸਜ਼ਾ ਮਿਲੀ ਆ ਜੋ 2 ਸਟਾਪ ਸਾਈਨ ਟੱਪੇ ਵਾਲੇ ਬੰਦੇ ਨੂੰ ਉਹੀ ਸਜ਼ਾ ਮਿਲੀ ਹੈ ਜਿਹਨੇ ਇੱਕ ਬੰਦੇ ਨੂੰ ਸਟੈਬ ਕਰਕੇ ਮਾਰਿਆ। ਦਿਸ ਇਜ਼ ਕੈਨੇਡੀਅਨ ਲਾਅ। ਬਟ ਉਹਦਾ ਪਹਿਲਾਂ ਮੈਂ ਦੱਸ ਦੇਣਾ, ਉਹਦਾ ਨਾਮ ਜਸਕਿਰਤ ਸਿੰਘ ਸਿੱਧੂ ਸੀਗਾ ਅਤੇ 9 ਸਾਲ ਦੀ ਸਜ਼ਾ ਦੇ ਨਾਲ ਐਡੀਸ਼ਨਲ ਵੀ ਹੋਇਆ ਆ। ਤੁਹਾਨੂੰ ਉਹਦੀ ਡੈਪੋਟੇਸ਼ਨ ਲੱਗੀ ਆ ਕਿ 9 ਸਾਲ ਤੋਂ ਬਾਅਦ ਉਹਨੂੰ ਡੈਪੋਰਟ ਇੰਡੀਆ ਕਰ ਦਿੱਤਾ ਜਾਊਗਾ। ਬਟ ਇੱਕ ਗੱਲ ਮੈਂ ਹੋਰ ਦੱਸਾਂ, ਉਹਦੀ ਵਾਈਫ ਇਸ ਕੰਟਰੀ ਦੇ ਵਿੱਚ ਸਿਟੀਜ਼ਨ ਆ, ਅਤੇ ਜੀ ਮਤਲਬ ਕਿ ਦੋਵੇਂ ਹਸਬੈਂਡ ਵਾਈਫ ਨੇ, ਜਦੋਂ ਹਸਬੈਂਡ ਨੂੰ ਡਿਪੋਰਟ ਕੀਤਾ ਜਾਊਗਾ ਐਂਡ ਤੁਸੀਂ ਆਪ ਹਿਸਾਬ ਲਓ ਵਾਈਫ ਦੀ ਲਾਈਫ ਕੀ ਰਹੂਗੀ ਉਸ ਤੋਂ ਬਾਅਦ, ਉਹਨੂੰ ਵੀ ਨਾਲ ਜਾਣਾ ਪੈਣਾ। ਜੇ ਇੱਥੇ ਰਹੂਗੀ ਤਾਂ ਕਦੇ ਇਕੱਠੇ ਨਹੀਂ ਹੋ ਸਕਦੇ। ਸੋ ਦਿਸ ਇਜ਼ ਅ ਸਿਨੈਰੀਓ ਕਿ ਆਈ ਥਿੰਕ ਉਹਨੂੰ ਹੋਰ ਵੱਧ ਸਜ਼ਾ ਮਿਲੀ ਹੈ ਜੇ ਦੇਖਿਆ ਜਾਵੇ। ਅਸੀਂ ਡਿਸਕ੍ਰਾਈਬ ਨਹੀਂ, ਅਸੀਂ ਜਮਾਂ ਡਿਫੈਂਡ ਨਹੀਂ ਕਰ ਰਹੇ ਵੀ ਉਹਦੀ ਸਜ਼ਾ ਉਹਨੂੰ ਗਲਤ ਮਿਲੀ ਹੈ। ਉਹਨਾਂ ਦੀ ਮਿਸਟੇਕ ਹੈ, ਉਹਨਾਂ ਨੇ ਸਟਾਪ ਸਾਈਨ ਟੱਪੇ। ਉਹ ਰਿਪੋਰਟ ਦੇ ਅੰਦਰ ਆਇਆ ਵੀ ਉਹਨਾਂ ਨੇ ਇੰਨੇ ਸਟਾਪ ਸਾਈਨਸ ਨਹੀਂ ਲਏ। ਉਹਨਾਂ ਨੇ ਆਪ ਮੰਨਿਆ ਵੀ ਹਾਂ ਮੇਰੇ ਤੋਂ ਮਿਸਟੇਕ ਹੋਈ ਹੈ। ਬਟ ਈਵਨ ਇਨ ਹਿਜ਼ ਵਰਸਟ ਆਫ ਡਰੀਮਸ ਉਹਨੇ ਕਦੇ ਸੋਚਿਆ ਵੀ ਨਹੀਂ ਹੋਊਗਾ। ਜਦੋਂ ਆਪਾਂ ਕਿੰਨੇ ਸਟਾਪ ਸਾਈਨ ਟੱਪ ਜਾਂਦੇ ਹਾਂ, ਨੋਰਮਲ ਲੋਕ ਕਿੰਨੀ ਸਪੀਡਿੰਗ ਕਰ ਜਾਂਦੇ, ਕਦੇ ਕਿਸੇ ਨੇ ਸੋਚਿਆ ਵੀ ਮੂਹਰੇ ਯਾਰ ਕਦੇ ਨਾ ਕਦੇ ਐਵੇਂ ਸਟਾਪ ਸਾਈਨ ਟੱਪਿਆ, ਛੋਟੀ ਜਿਹੀ ਬੱਚੀ ਆ ਜਾਊਗੀ, ਮੇਰੇ ਤੋਂ ਵੀ ਹਾਦਸਾ ਹੋ ਸਕਦਾ ਹੈ। ਬਟ ਉਹੀ ਗੱਲ ਹੈ ਕਿ ਉਹਨੂੰ ਡਿਪੋਰਟੇਸ਼ਨ ਲੱਗੀ। ਔਰ ਦੂਜੇ ਪਾਸੇ ਜਿਹਨੇ ਸਟੈਬਿੰਗ ਕੀਤੀ, ਧੌਣ ਦੇ ਵਿੱਚ ਚਾਕੂ ਮਾਰੇ ਆ, ਬੰਦਾ ਮਾਰਿਆ ਆ, ਹੈ ਨਾ, ਐਂਡ ਉਹਨੂੰ ਵੀ ਇਹੀ ਸਜ਼ਾ ਦਿੱਤੀ ਗਈ ਆ ਕਿ ਹਾਂ ਵੀ 9 ਸਾਲ ਐਂਡ ਦੈਨ ਯੂ ਆਰ ਫਰੀ, ਵਿੱਚ ਪੇਰੋਲ ਆ ਐਂਡ ਆਲ, ਉਹ ਅੱਡ ਚੀਜ਼ਾਂ ਨੇ। ਆਪਣੇ ਲੋਕ ਤਾਂ ਉਹੀ ਕਹਿ ਦਿੰਦੇ ਨੇ ਇਸੇ ਚੀਜ਼ ਦੇ ਅੰਦਰ ਆ ਕੇ ਵੀ ਤੁਸੀਂ ਪਾਥ ਨਾ ਕ੍ਰੋਸ ਕਰੋ, ਤੁਸੀਂ ਕਿਤੇ ਵੀ ਰਹਿਣਾ, ਕਿਸੇ ਵੀ ਮੁਲਕ ਦੇ ਅੰਦਰ ਰਹਿਣਾ, ਇੰਡੀਆ ਰਹਿਣਾ, ਬਾਹਰ ਰਹਿਣਾ, ਤੁਸੀਂ ਸੇਫ ਰਹੋਗੇ। ਹੁਣ ਇਹ ਦੋਵੇਂ ਚੱਲ ਮੰਨ ਲੈਂਦੇ ਹਾਂ ਵੀ ਆਪਣੇ ਘਰ ਤੋਂ ਬਾਹਰ ਜਾ ਰਹੇ ਸੀ ਅਤੇ ਮਾੜੇ ਲੋਕਾਂ ਦੇ ਨਾਲ ਇਹਨਾਂ ਦਾ ਰਾਬਤਾ ਹੋ ਗਿਆ, ਵੀ ਆਮਣਾ ਸਾਹਮਣਾ ਹੋ ਗਿਆ। ਉਹ ਵਿਚਾਰਾ ਗੁਰੂ ਘਰੋਂ ਮੱਥਾ ਟੇਕ ਕੇ ਆ ਰਿਹਾ ਸੀਗਾ, ਇਹ ਵਿਚਾਰਾ ਆਪਣੇ ਘਰ ਜਾਈ ਜਾਂਦਾ ਸੀਗਾ ਅਤੇ ਮਾੜੇ ਅਨਸਰ ਇਹਨੂੰ ਰਾਜ ਟੱਕਰ ਗਏ। ਹੁਣ ਆ ਜਿਹੜੀ ਕੁੜੀ ਆ ਹਰਮਨਦੀਪ ਕੌਰ, ਜੋਬ ਕਰ ਰਹੀ ਸੀ ਸਿਕਿਉਰਿਟੀ ਦੀ, UGC ਓਕਨੇਗਨ ਕਿਲੋਨਾ ਯੂਨੀਵਰਸਿਟੀ ਦੇ ਅੰਦਰ ਸਿਕਿਉਰਿਟੀ ਗਾਰਡ ਸੀਗੀ। ਆਰਾਮ ਨਾਲ ਆਪਣੀ ਨਾਈਟ ਸ਼ਿਫਟ 'ਤੇ ਸੀਗੀ ਉਹ ਵਿਚਾਰੀ। ਉਹਨੇ ਸੋਚਿਆ ਹੋਊਗਾ ਵੀ ਰਾਤ ਨੂੰ ਜਦੋਂ ਨਿਕਲਦੀ ਹੋਊਗੀ ਘਰੋਂ ਵੀ ਰਾਤ ਦੀ ਮੇਰੀ ਸਿਕਿਉਰਿਟੀ ਦੀ ਨਾਈਟ ਸ਼ਿਫਟ ਤੋਂ ਮੈਂ ਸਵੇਰੇ ਵਾਪਸ ਵੀ ਨਹੀਂ ਆਉਣਾ। ਅਤੇ ਉਹ ਕੇਸ ਦੇ ਅੰਦਰ ਐਡਾ, ਮੈਂ ਨਾ ਇੱਥੋਂ ਦੇ ਲਾਅ ਦਾ ਨੁਕਸਾਨ, ਕਾਲਾ ਚਿਹਰਾ, ਉਸ ਯੂਨੀਵਰਸਿਟੀ ਦਾ ਕਾਲਾ ਚਿਹਰਾ, ਉਸ ਪੂਰੀ ਜਗ੍ਹਾ ਦਾ, ਕਿਉਂਕਿ ਸਵੇਰੇ 5:55 'ਤੇ ਮਾਰਨਿੰਗ ਦੇ ਵਿੱਚ ਇਹ ਹਾਦਸਾ ਵੀ ਕਿੱਥੋਂ, ਇਹ ਮੰਦਭਾਗੀ ਘਟਨਾ ਵਾਪਰੀ ਆ, ਜਿਹਦੇ ਵਿੱਚ ਇੱਕ ਵਰਕਰ ਜੋ ਕਿ ਉੱਥੇ ਹੀ ਕੰਮ ਕਰਦਾ ਸੀਗਾ, ਜਿਹਨੇ ਉੱਤੇ ਫੈਟਲ ਅਟੈਕ ਕੀਤਾ ਐਂਡ ਉਸ ਦੌਰਾਨ ਉਹਦੇ ਇੰਨੀਆਂ ਸੱਟਾਂ ਲੱਗੀਆਂ ਕਿ ਉਹਦੀ ਜਾਨ ਨਿਕਲ ਗਈ। ਉਹ ਸਰਵਾਈਵ ਹੀ ਨਹੀਂ ਕੀਤਾ। ਅਤੇ ਜਦੋਂ ਨੈਕਸਟ ਮਾਰਨਿੰਗ ਜਦੋਂ ਰਿਪੋਰਟ ਆਉਂਦੀ ਆ, ਰਾਤ ਨੂੰ ਉਹ ਗਈ, ਨਿਊਜ਼ ਆਈ, ਕਿਸੇ ਨੂੰ ਨਹੀਂ ਪਤਾ ਹੋਇਆ ਕੀ ਆ, ਉਹਦਾ ਨਾਮ ਤੱਕ ਨਹੀਂ ਬਾਹਰ ਕੀਤਾ ਸੀਗਾ, ਕੀ ਹੋਇਆ, ਕਿਹਨੂੰ ਹੋਇਆ, ਕਿਉਂ ਹੋਇਆ। ਨਿਊਜ਼ ਆਉਂਦਾ ਵੀ ਵਨ ਆਫ ਦਾ ਸਿਕਿਉਰਿਟੀ ਗਾਰਡ ਹੈਜ਼ ਬੀਨ ਇੰਜਰਡ। ਅਤੇ ਜਦੋਂ ਸਵੇਰੇ ਦੇਖਿਆ ਜਾਂਦਾ, ਸਵੇਰੇ ਸਿਰਫ ਪੁਲਿਸ ਉਹਦੀ ID ਰਿਵੀਲ ਕਰਦੇ ਨੇ, ਕਿਉਂਕਿ ਉਹਨਾਂ ਨੇ ਬੋਡੀ ਨੂੰ ਪੋਸਟਮਾਰਟਮ ਦੇ ਲਈ ਪਰਮਿਸ਼ਨ ਲੈਣੀ ਹੁੰਦੀ ਹੈ। ID ਰਿਵੀਲ ਕੀਤੀ ਜਾਂਦੀ ਹੈ ਵੀ ਉਹ ਕੁੜੀ ਆਪਣੀ ਹਰਮਨਦੀਪ ਕੌਰ ਹੈ, ਸਿਕਿਉਰਿਟੀ ਗਾਰਡ ਸੀਗੀ। ਅਤੇ ਇਹਨਾਂ ਨਹੀਂ ਦੱਸਿਆ ਜਾਂਦਾ ਵੀ ਉਹਦੇ 'ਤੇ ਅਟੈਕ ਕਿਹਨੇ ਕੀਤਾ, ਕਿਸ ਮੋਟਿਵ ਦੇ ਨਾਲ ਕੀਤਾ, ਕਿਉਂ ਅਟੈਕ ਕੀਤਾ, ਕਿਹਦੇ ਨਾਲ ਹੋਇਆ, ਕਿਹਨੇ ਕੀਤਾ ਅਤੇ ਕਿੱਥੋਂ ਆਇਆ ਉਹ ਬੰਦਾ, ਕਿਉਂਕਿ ਉਹ ਇੱਕ ਇਨਕਲੋਜ਼ਡ ਯੂਨੀਵਰਸਿਟੀ ਦੇ ਅੰਦਰ ਸੀ ਨਾ, UGC ਯੂਨੀਵਰਸਿਟੀ ਆਫ ਓਕਨੇਗਨ। ਅਤੇ ਜਦੋਂ ਹਫ਼ਤਾ ਨਿਕਲਦਾ, 1.5-2 ਹੈਟਸ ਆਫ ਕਹਿ ਲਓ ਉੱਥੋਂ ਦੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ, ਐਡੀ ਮਾੜੀ ਕਿਸਮਤ ਉਸ ਅਟੈਕ ਕਰਦੀ ਕਿ ਉੱਥੋਂ ਦੀ ਯੂਨੀਵਰਸਿਟੀ ਆਫ ਜਿਹੜੇ ਜਿੰਨੇ ਵੀ ਸਟੂਡੈਂਟ ਸੀਗੇ ਯੂਨੀਵਰਸਿਟੀ ਦੇ, ਉਹਨਾਂ ਸਾਰਿਆਂ ਨੇ ਕੋਈ ਸਟੈਂਡ ਲਿਆ, ਉਹਨਾਂ ਨੇ ਵੀ ਵਿਜਲ ਕੱਢੀ। ਦੇ ਟੋਟਲੀ ਵੈਂਟ ਅਗੇਂਸਟ UGC ਓਕਨੇਗਨ ਦੀ ਆਰਗੇਨਾਈਜੇਸ਼ਨ
ਵੀ ਕੌਣ ਸੀਗਾ ਦੱਸੋ, ਉਹਦੀ ਆਈਡੀ ਕੰਸੀਲ ਕਰਤੀ ਸੀ ਉਹਨਾਂ ਨੇ ਅਟੈਕਰ ਦੀ। ਔਗਨੀ ਬੇਨੇ ਨਾਮ ਸੀਗਾ ਉਹਦਾ ਹਾਂ, ਔਗਨੀ ਬੇਨੇ ਨਾਮ ਸੀਗਾ ਉਹਦਾ ਤੇ ਆਈ ਗੈਸ ਹੀ ਵਾਸ ਅ ਵਾਈਟ ਮੇਲ। ਹੀ ਇਜ਼ ਅ ਵਾਈਟ ਮੈਨ ਐਂਡ ਹੇਟ ਕ੍ਰਾਈਮ ਹੀ ਸੀਗਾ ਉਹ, ਜੋ ਕਿ ਸਾਰਿਆਂ ਨੂੰ ਪਤਾ ਸੀਗਾ। ਐਗਜ਼ੈਕਟਲੀ ਇਟਸ ਅ ਹੇਟ ਕ੍ਰਾਈਮ ਕਿ ਰੇਸਿਸ ਅਟੈਕ ਸੀਗਾ ਉਹ ਪੂਰਾ। ਤੇ ਉਹਨੂੰ ਕੀ ਸਜ਼ਾ ਮਿਲੀ? ਸਜ਼ਾ ਮਿਲੀ ਨਹੀਂ ਗੀ ਉਹਨੂੰ ਮੈਂਟਲ ਇਲਨੈਸ ਦੇ ਅੰਦਰ ਮੈਂਟਲ ਕਹਿ ਕੇ ਉਹਨੂੰ ਛੱਡ ਦਿੱਤਾ ਗਿਆ ਜਾਂ ਉਹਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ, ਔਰ ਕੋਈ ਸਜ਼ਾ ਨਹੀਂ ਮਿਲੀ। ਔਰ ਮੈਨੂੰ ਨਹੀਂ ਸਮਝ ਆਉਂਦਾ ਕਿ ਇੱਕ ਮਰਡਰਰ ਜੋ ਕਿ ਕੰਮ ਕਰ ਰਿਹਾ, ਇਹਨੂੰ ਕੰਮ ਕਰਨ ਦਾ ਪਤਾ ਆ, ਮਰਡਰ ਕਰਨ ਦਾ ਪਤਾ ਆ, ਉਹ ਇੱਕ ਮੈਂਟਲੀ ਇਲ ਪਰਸਨ ਆ। ਇਹੀ ਜਦੋਂ ਮੈਂ ਨਿਊਜ਼ ਪਬਲਿਸ਼ ਕੀਤੀ ਨਾ, ਤੇ ਉੱਥੋਂ ਦੇ ਲੋਕਾਂ ਨੇ, ਅੱਜ ਵੀ ਪਏ ਹੋਣਗੇ ਕਮੈਂਟਸ, ਅੱਜ ਵੀ ਉਹ ਲੋਕਾਂ ਦੇ ਜਿਹੜੇ ਉੱਥੋਂ ਦੇ ਸਟੂਡੈਂਟਸ ਨੇ, ਉਹਨਾਂ ਨੇ ਇਹੀ ਚੀਜ਼ ਆਪਣੀ ਆਰਗੇਨਾਈਜੇਸ਼ਨ ਨੂੰ ਕਹੀ, ਯੂਨੀਵਰਸਿਟੀ ਦੀ ਨੂੰ, ਵੀ ਇਫ ਹੀ ਵਾਜ਼ ਨਾਟ, ਵੀ ਉਹ ਸਾਊਂਡ ਨਹੀਂ ਸੀਗਾ ਮੈਂਟਲੀ, ਵੀ ਜੇ ਉਹਦਾ ਦਿਮਾਗੀ ਲੈਵਲ ਇੰਨਾ ਸਹੀ ਨਹੀਂ ਸੀਗਾ ਜਿੰਨਾ ਅਟੈਕਰ ਸੀਗਾ, ਫਿਰ ਉਹਨੂੰ ਯੂਨੀਵਰਸਿਟੀ ਦੇ ਅੰਦਰ ਜਿੱਧਰ ਇੰਨੇ ਸਾਰੇ ਬੱਚੇ ਨੇ ਉਹਨੂੰ ਕੰਮ ਕਰਨ ਆਉਣ ਕਿਵੇਂ ਦਿੱਤਾ ਜਾਂਦਾ ਸੀਗਾ? ਯੂਨੀਵਰਸਿਟੀ ਦੀ ਕੋਈ ਐਕਸਪਲੇਨੇਸ਼ਨ ਨਹੀਂ ਹੈ ਇਹਦੇ 'ਤੇ। ਇਸ ਕੇਸ ਦੇ ਉੱਤੇ ਸਭ ਤੋਂ ਵੀਅਰਡ ਚੀਜ਼ ਕਹਿ ਲਓ, ਆਪਣਿਆਂ ਨੇ ਵੀ ਕੋਈ ਇਹਨਾਂ ਰੈਪਰੀਕਸ਼ਨ ਨਹੀਂ ਦਿੱਤਾ। ਮੈਂ ਇਹੀ ਗੱਲ ਮੰਨਦਾ ਕਿ ਉਸ ਜਗ੍ਹਾ 'ਤੇ ਯੂਨੀਵਰਸਿਟੀ ਵਾਲੇ ਲੋਕ ਜ਼ਰੂਰ ਖੜ੍ਹੇ ਆ, ਬਟ ਉਸ ਤੋਂ ਇਲਾਵਾ ਕਿਤੋਂ ਕੋਈ ਖਾਸ ਆਵਾਜ਼ ਨਹੀਂ ਚੱਕੀ ਗਈ, ਨਾ ਕਿਸੇ ਨੇ ਇਹਦੇ ਜਸਟਿਸ ਬਾਰੇ ਪੁੱਛਿਆ, ਨਾ ਕੁਛ ਹੋਰ। ਬਟ ਉੱਥੇ ਦੇ ਜਿਹੜੇ ਬੱਚੇ ਪੜ੍ਹਨ ਵਾਲੇ ਸੀਗੇ, ਬਹੁਤ ਸਟਰੈਂਥ ਦਿਖਾਈ ਉਹਨਾਂ ਨੇ, ਔਰ ਉਹਨਾਂ ਦੇ ਕਰਕੇ ਹੀ ਇਹ ਚੀਜ਼ ਹੋਈ। ਬਟ ਐਟ ਦ ਐਂਡ ਨਤੀਜਾ ਕੀ ਨਿਕਲਿਆ, ਜਿਹੜੀ ਕੋਰਟ ਦੇ ਕੇਸ ਚੱਲਿਆ ਉਹ ਕਿੱਥੇ ਜਾ ਕੇ ਖ਼ਤਮ ਹੋਇਆ, ਮੈਂਟਲ ਇਲਨੈਸ ਕਹਿ ਕੇ ਛੱਡ ਦਿੱਤਾ ਗਿਆ। ਐਂਡ ਇਸ ਤੋਂ ਬਾਅਦ ਕਿਸੇ ਨੇ ਵੀ ਨਹੀਂ ਇਸ ਦੇ ਉੱਤੇ ਬੋਲਿਆ ਕਿ ਹਾਂ ਬਈ ਇਹ ਚੀਜ਼ ਗਲਤ ਹੈ ਕੀ ਆ, ਬਸ ਉਸ ਚੀਜ਼ ਨੂੰ ਸਵੀਕਾਰ ਕਰਕੇ ਸਭ ਅੱਗੇ ਨਿਕਲ ਗਏ ਨੇ। ਅੱਜ ਦਾ ਟਾਈਮ ਕੰਸਟ੍ਰੇਨ ਕਰਕੇ ਆਪਾਂ ਕੇਸ ਹੀ 3 ਗੱਲ ਕਰ ਪਾਏ, ਐਵੇਂ ਦੇ ਕਿੰਨੇ ਕੇਸ ਅੱਜ ਤੱਕ ਹੋਏ ਨੇ, ਕਿੰਨੇ ਪਤਾ ਹੀ ਨਹੀਂ ਅੱਗੇ ਹੋਣੇ ਨੇ, ਰੱਬ ਨਾ ਕਰੇ। ਵੀ ਇੱਥੋਂ ਦੇ ਲਾਅ ਦੇ ਅੱਗੇ ਅਗੇਨ ਵਾਰ-ਵਾਰ ਆ ਕੇ ਆਪਾਂ ਕਿਤੇ ਨਾ ਕਿਤੇ ਗੋਡੇ ਟੇਕ ਜਾਂਦੇ ਹਾਂ, ਇੰਨਾ ਕੰਮ ਕਰਦੇ ਹਾਂ, ਇੰਨਾ ਕੁਛ ਜਰਦੇ ਹਾਂ। ਮੈਂ ਇੱਕ ਚੀਜ਼ ਹੋਰ ਐਡ ਕਰਦਾ, ਆਹ ਕੇਸਾਂ ਦੀ ਸਜ਼ਾ ਬਹੁਤ ਬਹੁਤ ਮਾਈਨਰ ਜੀ ਆ, ਪਰ ਇੱਕ ਗੱਲ ਆ, ਆਪਣੇ ਇੱਥੋਂ ਬੱਚੇ ਹੁਣ 700 ਬੱਚੇ ਨੂੰ ਡਿਪੋਰਟ ਕੀਤਾ ਜਾ ਰਿਹਾ ਆ, ਹੈ ਉਹਨਾਂ ਦਾ ਕੋਈ ਮੋਟਿਵ ਕੀ ਗਲਤੀ ਨਹੀਂ ਹੈਗੀ, ਕਿਸੇ ਹੋਰ ਦੀ ਗਲਤੀ ਕਰਕੇ ਉਹਨਾਂ ਨੂੰ ਇੰਨੀ ਵੱਡੀ ਸਜ਼ਾਵਾਂ ਮਿਲ ਰਹੀਆਂ ਨੇ। ਅਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਵੀ ਬਿਫੋਰ ਅਪਲਾਈਂਗ ਦਾ ਫਾਈਲ ਯੂ ਸ਼ੁਡ ਹੈਵ ਬੀਨ ਅਵੇਅਰ। ਐਂਡ ਹਾਊ, ਲਾਈਕ ਤੁਸੀਂ ਇਸ ਚੀਜ਼ ਨੂੰ ਕਿਵੇਂ ਪ੍ਰੂਵ ਕਰ ਸਕਦੇ ਹੋ ਕਿ ਅਵੇਅਰ ਕਿੱਦਾਂ ਨਹੀਂ, ਜਦੋਂ ਸਾਰੇ ਡਾਕੂਮੈਂਟ ਤੁਹਾਡੇ ਫੇਕ ਬਣਾ ਦਿੱਤੇ ਗਏ, ਸਾਰਾ ਕੁਝ ਕਰਤਾ, ਹੁਣ ਤੁਹਾਨੂੰ ਡਿਪੋਰਟ ਕਰ ਰਹੇ ਨੇ। ਹੁਣ ਆਹ ਮੰਥ ਐਂਡ ਮਈ ਐਂਡ ਦੇ ਵਿੱਚ ਪਹਿਲਾ ਬੱਚਾ ਡਿਪੋਰਟ ਕੀਤਾ ਜਾਣਾ ਆ। ਸੋ ਇਹ ਮੈਂ ਕਹਿੰਦਾ ਬਹੁਤ ਵੱਡੀ ਸਜ਼ਾ ਹੈ ਉਹਨਾਂ ਚੀਜ਼ਾਂ ਦੀ। ਹੁਣ ਉਹਨਾਂ ਨੂੰ ਜਿਹੜੇ ਕਹਿ ਰਹੇ ਨੇ ਨਾ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ। ਤੁਸੀਂ ਇੱਥੋਂ ਦਾ ਕੀਤਾ ਵਕੀਲ, ਠੀਕ ਹੈ, ਤੁਸੀਂ ਮੰਨ ਲਓ ਸਪੀਡਿੰਗ ਟਿਕਟਸ ਅੰਦਰ ਹੋ ਜਾਂਦੇ ਹੋ, ਤੁਸੀਂ ਤੁਹਾਡੇ ਤੋਂ ਅੰਦਰ ਤਾਂ ਨਹੀਂ, ਸਪੀਡਿੰਗ ਟਿਕਟ ਤੁਹਾਡੇ 'ਤੇ ਪੈਂਦੀ ਆ, ਤੁਸੀਂ ਕੀਤਾ ਇੱਕ ਵਕੀਲ, ਅਤੇ ਉਹ ਵਕੀਲ ਜਾ ਕੇ ਕੋਰਟ ਦੇ ਅੰਦਰ ਕੁਛ ਹੋਰ ਹੀ, ਤੁਹਾਨੂੰ ਵੀ ਨਹੀਂ ਪਤਾ, ਤੁਸੀਂ ਤਾਂ ਆਪਣੇ ਡਿਫੈਂਡ ਲਈ ਕੀਤਾ ਵੀ ਮੇਰੀ ਇਹ ਟਿਕਟ ਤੋਂ ਖਹਿੜਾ ਛਡਾ, ਉਹਨੇ ਕੋਰਟ ਦੇ ਅੰਦਰ ਜਾ ਕੇ ਕੁਛ ਹੋਰ ਹੀ ਕਰ ਆਉਂਦਾ, ਤੁਹਾਨੂੰ ਵੀ ਨਹੀਂ ਪਤਾ, ਤੁਹਾਨੂੰ ਆਈਡੀਆ ਵੀ ਨਹੀਂ ਵੀ ਉਹਨੇ ਕਿਹੜੀ ਐਪਲੀਕੇਸ਼ਨ ਲਈ ਹੈ ਕਿਹੜੀ ਨਹੀਂ ਲਈ, ਤੁਹਾਨੂੰ ਟਿਕਟਿੰਗ ਦੀ ਥਾਂ 'ਤੇ ਤੁਹਾਨੂੰ ਹੋਰ ਵੱਡੀ ਸਜ਼ਾ ਹੋ ਜਾਂਦੀ ਹੈ ਥੋੜ੍ਹੇ ਟਾਈਮ ਬਾਅਦ। ਇੱਕ ਵਾਰੀ ਟਿਕਟ ਲੈ ਜਾਂਦੀ ਹੈ, ਬਟ ਉਹ ਕੁਛ ਨਾ ਕੁਛ ਐਵੇਂ ਦੀ ਐਪਲੀਕੇਸ਼ਨ ਜੇ ਕਰਦੇ, ਤੁਹਾਨੂੰ ਹੋਰ ਚੱਕਰ 'ਚ ਪੈ ਗਏ। ਕ੍ਰਾਈਮ ਕਿਹਦਾ ਲੋਕ ਕਹਿਣਗੇ? ਲਾਇਰ ਦਾ ਕਹਿਣਗੇ ਕਿ ਹੈਗਾ ਲਾਇਰ ਦਾ, ਪਰ ਤੁਹਾਨੂੰ ਦੇਖਣਾ ਚਾਹੀਦਾ ਹੈ। ਹਾਂ, ਉਹਨਾਂ ਦੇ ਅਕੋਰਡਿੰਗ ਨਾ, ਵੀ ਤੁਹਾਨੂੰ ਦੇਖਣਾ ਚਾਹੀਦਾ ਸੀਗਾ। ਲਾਇਰ ਵਾਜ਼ ਹਾਇਰਡ ਫॉर ਦਿਸ ਪਰਪਸ, ਵੀ ਲਾਇਰ ਜਿਹੜੇ ਕੰਮ ਦੇ ਲਈ ਹਾਇਰ ਕੀਤਾ ਸੀਗਾ ਉਹਨਾਂ ਨੇ, ਜਿਹੜੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਸੀਗੇ, ਜੇ ਉਹਨਾਂ ਨੂੰ ਆਪ ਨੂੰ ਇੰਨਾ ਪਤਾ ਹੁੰਦਾ ਵੀ ਆਹ ਫੇਕ ਆਫਰ ਲੈਟਰ ਹੈ, ਉਹਨਾਂ ਦਾ ਤਾਂ ਦਿਮਾਗ ਖਰਾਬ ਸੀਗਾ, ਉਹਨਾਂ ਨੇ ਲਵਾਉਣਾ ਸੀਗਾ 20 ਲੱਖ। ਇਟ ਵਾਜ਼ ਅਬਾਊਟ $45,000 ਕੈਨੇਡੀਅਨ। ਕਹਿੰਦਾ ਕਿ ਉਹ 45,000 ਡਾਲਰ ਹੁਣ ਕਿਹਦਾ ਉਹਨਾਂ ਨੇ ਪੇ ਕੀਤਾ ਆ। ਫਸਟ ਆਫ ਆਲ ਇਹ ਨਹੀਂ ਕਿ ਉਹਨਾਂ ਨੇ ਪੇ ਨਹੀਂ ਕੀਤਾ, ਉਹ ਗੱਲ ਅੱਗੇ ਏਜੰਟ ਖਾ ਗਿਆ ਸਾਰੇ ਪੈਸੇ, ਬਟ ਅਗਲਿਆਂ ਨੇ ਪੇ ਕੀਤਾ। ਜੇ ਉਹ ਗਲਤ ਹੁੰਦੇ ਤਾਂ ਪੇ ਕਿਉਂ ਕਰਦੇ? ਹਾਂ, ਨਾਲੇ ਅਗੇਨ ਕੈਨੇਡੀਅਨ ਲਾਅ, ਕੈਨੇਡੀਅਨ ਆਰਗੇਨਾਈਜੇਸ਼ਨ ਵੀ ਜਿਹੜੀ ਏਅਰਪੋਰਟ 'ਤੇ ਤੁਹਾਨੂੰ ਫੇਕ ਆਫਰ ਲੈਟਰ 'ਤੇ ਐਂਟਰੀ ਦੇ ਸਕਦੀ ਆ, ਪਰ ਤੋਂ ਜਦੋਂ ਰੈਕਟੀਫਾਈ ਕਰੂਗੀ ਉਦੋਂ ਤੁਹਾਨੂੰ ਮੌਕਾ ਨਹੀਂ ਦਊਗੀ ਡਿਫੈਂਡ ਕਰਨ ਦਾ, ਦੈਨ ਯੂ ਹੈਵ ਟੂ ਗੋ ਬੈਕ। ਕਿਉਂ? ਕਿਉਂਕਿ ਅਸੀਂ ਇਨਸਾਫ ਚਾਹੁੰਦੇ ਹਾਂ, ਰਾਈਟ। ਔਰ ਉਹੀ ਗੱਲ ਹੈ ਕਿ ਉਹ ਕਿਸੇ ਨੂੰ ਆਈਲੈਟਸ ਨਹੀਂ, ਮਤਲਬ ਇੰਗਲਿਸ਼ ਨਹੀਂ ਚੱਜ ਨਾਲ ਬੋਲਣੀ ਆ ਰਹੀ, ਏਅਰਪੋਰਟ ਤੋਂ ਮੋੜ ਦਿੰਦੇ ਆ, ਹੈ ਕਿ ਕਿੰਨਾ ਛੇਤੀ ਏਅਰਪੋਰਟ ਤੋਂ ਮੋੜ ਦਿੰਦੇ ਆ। ਔਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਫਰ ਲੈਟਰ ਤੱਕ ਦਾ ਨਹੀਂ ਪਤਾ, ਨਾਕਾਮੀ ਕਿਹਦੀ ਹੈ? ਕੈਨੇਡੀਅਨ ਗਵਰਨਮੈਂਟ ਦੀ। ਐਗਜ਼ੈਕਟਲੀ, ਜਿਨ੍ਹਾਂ ਨੇ ਵੀਜ਼ੇ ਲਾਏ ਉਹਨਾਂ ਦੀ ਆ, ਉਹਨਾਂ ਨੂੰ ਫਾਇਰ ਕਰੋ ਕਿ ਬਈ ਤੁਸੀਂ ਕਿਵੇਂ ਬਿਨਾਂ ਕੰਸਲਟ ਕੀਤੇ ਜਾਂ ਕਾਲਜ ਤੋਂ ਬਿਨਾਂ ਵੈਰੀਫਾਈ ਕੀਤੇ ਕਿੱਦਾਂ ਵੀਜ਼ੇ ਦੇ ਦਿੱਤੇ, ਹੈ ਗਲਤੀ ਉਹਨਾਂ ਦੀ ਆ। ਬਟ ਨਹੀਂ, ਐਟ ਦਾ ਐਂਡ ਮਾੜੇ 'ਤੇ ਜ਼ੋਰ ਚੱਲਦਾ। ਹੁਣ ਆਹ ਜਿਹੜੇ 700 ਸਟੂਡੈਂਟ ਸੀਗੇ, ਇਹ ਸੀਗੇ ਮਾੜੇ,
ਇਹਨਾਂ ਨੇ ਪੈਸੇ ਵੀ ਫਸੇ ਹੋਏ ਨੇ ਇਹਨਾਂ ਦੇ, ਅਤੇ ਇਹਨਾਂ ਦਾ ਕੋਈ ਸਰਕਾਰ ਨਾਲ ਮੂੰਹ ਮੱਥਾ ਵੀ ਨਹੀਂ ਲੱਗਦਾ, ਅਤੇ ਇਕੱਲੇ ਇਕੱਲੇ ਆਏ ਨੇ, ਫੈਮਿਲੀ 'ਚੋਂ ਕੋਈ ਇੱਥੇ ਹੋਣਾ ਨਹੀਂ, ਤਾਂ ਹੀ ਉਹ ਸਟੂਡੈਂਟ ਬਣ ਕੇ ਆਏ ਨੇ। ਅਤੇ ਇੱਥੇ ਦੂਜੇ ਹੱਥ 'ਤੇ ਸੰਜੇ ਮਦਾਨ ਸੀਗਾ, CRA 'ਚ ਕਿਕ ਬੈਕ ਸਕੀਮ ਦੇ ਥਰੂ ਉਹਨੇ 47 ਕੈਨੇਡੀਅਨ ਮਿਲੀਅਨ ਡਾਲਰ ਦਾ ਉਹਨੇ ਸਕੈਮ ਕੀਤਾ। ਉਹਨੂੰ ਕਿੰਨੇ ਦੀ ਸਜ਼ਾ ਮਿਲੀ ਹੋਊਗੀ? ਕੋਈ ਡੈਪੋਟੇਸ਼ਨ ਨਹੀਂ, ਕੋਈ ਕੁਛ ਨਹੀਂ, 10 ਸਾਲ ਦੀ ਸਜ਼ਾ। ਯਾ ਕੋਈ ਉਹਨੂੰ ਕੋਈ ਡੈਪੋਟੇਸ਼ਨ ਨਹੀਂ। ਕਿਉਂ? ਕਿਉਂਕਿ ਹੀ ਵਾਜ਼ ਅ ਬਿਗ ਫਿਸ਼। ਕਿੰਨੇ ਐਵੇਂ ਦੇ ਵੱਡੇ ਵੱਡੇ ਮੈਂ ਹਾਲੇ ਤਾਂ ਆਪਣੇ ਦੀ ਗੱਲ ਕੀਤੀ, ਕਿਉਂਕਿ ਜੇ ਮੈਂ ਕਿਸੇ ਹੋਰ ਦੀ ਗੱਲ ਕਰਦਾ ਕਹਿ ਦੇਣਾ ਵੀ ਇਹ ਕਾਲਾ ਗੋਰਾ ਕਰਦਾ, ਵੀ ਕਿੰਨੇ ਹਾਲੇ ਐਵੇਂ ਦੇ ਨੇ ਵੀ ਵੱਡੇ ਵੱਡੇ ਬਿਜ਼ਨਸਿਸ ਨੇ, ਜਦੋਂ ਉਹਨਾਂ ਨੂੰ ਫਾਈਲ ਕਰਨਾ ਹੁੰਦਾ ਅਤੇ ਦੈਟਸ ਇਟ, ਉਹ ਬੈਂਕਰਪਸੀ ਫਾਈਲ ਕਰੋ, ਇਹ ਤਾਂ ਈਜ਼ੀ ਬੜਾ। ਚੱਲ ਜੀ, ਇਹ ਇਸ ਸਿਸਟਮ ਦੇ ਅੰਦਰ ਆ ਕੇ 700 ਜਿਹੜੇ ਬੱਚਿਆਂ ਦੀ ਡੈਪੂਟੇਸ਼ਨ ਹੋ ਰਹੀ ਹੈ, ਗਵਰਨਮੈਂਟ ਨੂੰ ਇੱਕ ਪ੍ਰੋਪਰ ਇੱਕ ਅਸਿਸਟੈਂਸ ਕਰਨੀ ਚਾਹੀਦੀ ਸੀ ਉਹਨਾਂ ਦੀ। ਨਹੀਂ ਚਾਹੀਦੀ ਆ, ਸੁਣਿਆ ਵੀ ਨਹੀਂ ਗਿਆ ਉਹਨਾਂ ਵੱਲੋਂ। ਬੱਚਿਆਂ ਦਾ ਕੀ ਪਰਪਸ ਹੈ ਇੱਥੇ? ਕਿਹੜੀ ਕ੍ਰਾਈਟੀਰੀਆ ਦੇ ਅੰਦਰ ਬੱਚੇ ਆਉਂਦੇ ਨੇ? ਲੈਂਗੁਏਜ, ਐਜੂਕੇਸ਼ਨ, ਉਹਨਾਂ ਕੋਲ ਐਜੂਕੇਸ਼ਨ ਵੀ, ਉਹਨਾਂ ਕੋਲ ਲੈਂਗੁਏਜ ਵੀ ਹੈ। ਦੇ ਆਰ ਡੀਫਰੋਡਡ ਬਾਈ ਦੀ ਆਫਰ ਲੈਟਰ, ਬਾਈ ਦਾ ਡੀਫਰੋਡਡ ਇੰਸਟੀਟਿਊਟਸ ਜਿਹੜੇ ਹੁਣ ਕੈਨੇਡਾ 'ਚ ਆਲਰੇਡੀ ਹੈਗੇ ਨੇ, ਅਤੇ ਪਨਿਸ਼ ਕਿਹਨਾਂ ਨੂੰ ਹੋਣਾ ਚਾਹੀਦਾ? ਸੋ ਯਾ ਆਲ ਇਨ ਆਲ ਵੀ ਇੱਥੋਂ ਦੇ ਇੱਕ ਕਾਨੂੰਨ ਦਾ ਜਿੱਥੇ ਕਮਜ਼ੋਰੀ ਆ, ਉਹਦੇ ਖਿਲਾਫ ਅਸੀਂ ਆਵਾਜ਼ ਤੱਕ ਕੀ ਸਾਡੀ ਕੀ ਔਕਾਤ ਹੈ ਰਾਈਟ ਨਾਓ। ਇੱਕ ਹਮੇਸ਼ਾ ਅੱਜ ਵੀ ਬੋਲਿਆ, ਕੱਲ੍ਹ ਵੀ ਬੋਲਾਂਗੇ। ਆਹ ਜਿਹੜਾ ਟਰੂਰੋ ਦੇ ਕੇਸ ਦਾ ਜਿਹੜਾ ਸਜ਼ਾ ਸੁਣਾਈ ਗਈ, ਇਹ ਸੁਣ ਕੇ ਇੰਨਾ ਬੁਰਾ ਲੱਗਿਆ ਕਿ ਉਹਦੀ ਮਾਂ ਨੂੰ ਜਾ ਕੇ ਤੁਸੀਂ ਕੀ ਐਕਸਪਲੇਨ ਕਰੋਗੇ ਵੀ 10 ਸਾਲ ਦੀ ਸਜ਼ਾ? ਮਤਲਬ ਇੱਕ ਬੜਾ ਵੱਡਾ ਸਵਾਲ ਆ ਕਿ ਸੱਚੀ ਪ੍ਰਭਜੋਤ ਸਿੰਘ ਖੱਤਰੀ ਨਾਲ ਇਨਸਾਫ ਹੋਇਆ ਵੀ ਕੀ ਉਹਨੂੰ 9 ਸਾਲ, ਇੱਕ ਯੰਗ ਮੁੰਡੇ ਦੀ ਮੌਤ ਦਾ 9 ਸਾਲ ਮਿਲਿਆ ਉਹਨੂੰ? ਈਵਨ ਪ੍ਰਭਜੋਤ ਵੀ ਨਹੀਂ, ਕਿ ਹਰਮਨਦੀਪ ਦੀ ਨਾਲ ਇਨਸਾਫ ਹੋਇਆ ਜਾਂ ਸੂਰਜਦੀਪ ਸਿੰਘ ਦੀ ਫੈਮਿਲੀ ਨਾਲ ਇਨਸਾਫ ਹੋਇਆ ਇਸ ਚੀਜ਼ ਲਈ। ਮਤਲਬ ਇਸ ਕੰਟਰੀ ਕੈਨੇਡਾ ਨੂੰ ਲੈਂਡ ਆਫ ਇਮੀਗਰੈਂਟ ਕਿਹਾ ਜਾਂਦਾ, ਐਂਡ ਐਟ ਦਾ ਐਂਡ ਇਮੀਗਰੈਂਟਸ ਨੂੰ ਹੋ ਕੀ ਰਿਹਾ ਆ ਚੀਜ਼ਾਂ ਦੇ ਵਿੱਚ, ਕਿ ਉਹ ਵੀ ਦੇਖਣ ਵਾਲੀ ਗੱਲ ਆ। ਔਰ ਜਿਹੜੇ ਨੇਟਿਵਸ ਆ ਉਹ ਕਿਹੜੇ ਨਿੱਕੇ ਨਿੱਕੇ ਮੈਂਟਲ ਹੈਲਥ ਦੇ ਬਹਾਨੇ ਨਾਲ ਹੈ, ਜਾਂ ਅੰਡਰ ਏਜ ਆ ਤਾਂ ਕਰਕੇ, ਜਾਂ ਫਿਰ ਇਹਨਾਂ ਦੀ ਗੱਲਾਂ ਨੂੰ ਮੁੱਖ ਰੱਖ ਕੇ ਉਸ ਹਿਸਾਬ ਨਾਲ ਸਜ਼ਾ ਸੁਣਾਈ ਜਾ ਰਹੀ ਆ। ਐਂਡ ਸਜ਼ਾ ਕੁਛ ਵੀ ਨਹੀਂ, 9 ਸਾਲ, ਔਰ ਕਤਲ ਏਡੇ ਏਡੇ ਵੱਡੇ। ਸੋ ਯਾ ਫਿਲਹਾਲ ਅਸੀਂ ਇਹਨੂੰ ਇੱਥੇ ਰੋਕਦੇ ਹਾਂ, ਅਤੇ ਉਮੀਦ ਕਰਦੇ ਹਾਂ ਵੀ ਸਾਨੂੰ ਦੁਬਾਰਾ ਐਵੇਂ ਦਾ ਪੋਡਕਾਸਟ ਕਰਨਾ ਹੀ ਨਾ ਪਵੇ, ਕਿਉਂਕਿ ਇਹ ਕਰਦੇ ਸਾਡੀ ਫੀਲਿੰਗਸ ਕੁਝ ਜ਼ਿਆਦਾ ਹੀ ਐਕਸਟਰੀਮ ਹੋ ਗਈਆਂ, ਬਟ ਗੱਲਾਂ ਹੀ ਕੁਛ ਐਵੇਂ ਦੀਆਂ ਸੀਗੀਆਂ, ਰੋਕ ਹੀ ਨਹੀਂ ਸਕਿਆ। ਸੋ ਯਾਰ ਦੈਟ ਵਿਲ ਬੀ ਆਲ। ਉਮੀਦ ਕਰਦੇ ਹਾਂ ਵੀ ਪ੍ਰਭਜੋਤ ਸਿੰਘ ਦੇ ਮਰਡਰਰ ਨੂੰ ਅਤੇ ਹੋਰ ਵੀ ਜਿਨ੍ਹਾਂ ਨੇ ਹੀਨੀਅਸ ਕ੍ਰਾਈਮ ਕੀਤੇ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਮਿਲੂਗੀ। ਐਂਡ ਯਾਰ ਦੈਟਸ ਇਟ।